ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ। ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਜੀਵਨ ਦੇ ਉੱਤੇ, ਕਿਉਂਕਿ ਸਮੁੱਚੀ ਦੁਨੀਆ ਦੇ ਵਿੱਚ ਵਸਦਾ ਸਿੱਖ ਭਾਈਚਾਰਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਿਹਾ ਹੈ। ਸੋ ਉਹਨਾਂ ਦੇ ਜੀਵਨ ਦੇ ਉੱਤੇ ਅੱਜ ਦੀ ਸਮੁੱਚੀ ਗੱਲਬਾਤ ਕਰਨ ਵਾਸਤੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਬੋਪਾ ਰਾਏ। ਸੋ ਉਹਨਾਂ ਨਾਲ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਟੀਮ ਅਤੇ ਸੰਗਤਾਂ ਦਾ ਬਹੁਤ ਧੰਨਵਾਦ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਕਦੋਂ ਹੋਇਆ ਅਤੇ ਉਹਨਾਂ ਦੇ ਮਾਤਾ ਪਿਤਾ ਦੇ ਸੰਬੰਧ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਆਪ ਜੀ ਸਾਂਝ ਪਾਓ। 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਰਾਏ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਜਿਹੜਾ ਹੈ 1656 ਈਸਵੀ ਨੂੰ ਜੀ 8 ਸਾਵਣ 7 ਜੁਲਾਈ ਨੂੰ ਜਿਹੜਾ ਹੈ ਉਹਨਾਂ ਦਾ ਪ੍ਰਕਾਸ਼ ਉਤਸਵ ਕੀਰਤਪੁਰ ਵਿਖੇ ਹੋਇਆ ਜੀ। ਭਾਈ ਸਾਹਿਬ ਜੀ, ਗੱਲ ਕਰੀਏ ਉਹਨਾਂ ਦੇ ਪਰਿਵਾਰ ਦੀ, ਤਾਂ ਪਰਿਵਾਰ ਦੇ ਵਿੱਚ ਉਹਨਾਂ ਦੇ ਭੈਣ ਭਰਾਵਾਂ ਦੀ ਗੱਲ ਕਰੀਏ ਤਾਂ ਕਿੰਨੇ ਭੈਣ ਭਰਾ ਸਨ? ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇੱਕ ਵੱਡੇ ਭਰਾਤਾ ਸਨ ਜਿਨ੍ਹਾਂ ਦਾ ਨਾਮ ਸੀ ਬਾਬਾ ਰਾਮ ਰਾਏ ਜੀ, ਜਿਹੜੇ ਬੜੇ ਹੀ ਵਧੀਆ ਸੂਝ ਵਾਲੇ, ਬੜੇ ਕੰਮਕਾਰ ਦੇ ਵਿੱਚ ਨਿਪੁੰਨ ਜੀ। ਅਤੇ ਜਿੰਨਾ ਵੀ ਗੁਰੂ ਘਰ ਦੀ ਸੇਵਾ ਸੀ, ਕਿਉਂਕਿ ਜਿਵੇਂ ਮਸੰਦ ਪ੍ਰਥਾ ਗੁਰੂ ਰਾਮਦਾਸ ਸਾਹਿਬ ਜੀ ਨੇ ਚਲਾਈ, ਦਸਵੰਧ ਪ੍ਰਥਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਅਤੇ ਜਿੰਨੇ ਵੀ ਮਸੰਦ ਸਨ ਉਹ ਸਾਰੀ ਕਾਰਪੇਟ ਆ, ਸਾਰਾ ਹਿਸਾਬ ਕਿਤਾਬ ਜਿਹੜਾ ਉਹ ਬਾਬਾ ਰਾਮ ਰਾਏ ਜੀ ਕੋਲ ਸੀ। ਉਹ ਉਹਨਾਂ ਦੇ ਵੱਡੇ ਭਰਾਤਾ ਸੀ ਜੀ। ਤੋ ਇਸ ਤਰ੍ਹਾਂ ਇਹ ਉਹਨਾਂ ਤੋਂ ਛੋਟੇ ਸੀ, 2 ਬ੍ਰਦਰ ਸੀ, 2 ਭਰਾ ਸੀ ਇਹ ਗੁਰੂ ਸਾਹਿਬ ਜੀ ਹੋਣੀ ਜੀ। ਭਾਈ ਸਾਹਿਬ ਜੀ, ਇੱਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆ ਕਿ ਗੁਰੂ ਹਰਰਾਏ ਸਾਹਿਬ ਜੀ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਬੁਲਾਇਆ ਸੀਗਾ ਅਤੇ ਉਹਨਾਂ ਨੇ ਬਾਬਾ ਰਾਮ ਰਾਏ ਦੀ ਜਿਹੜੀ ਆ ਉਹ ਡਿਊਟੀ ਲਾਈ ਕਿ ਤੁਸੀਂ ਉੱਥੇ ਜਾਓ ਅਤੇ ਜਾ ਕੇ ਉਹ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣ ਕੇ ਆਓ ਅਤੇ ਫਿਰ ਸਾਨੂੰ ਦੱਸੋ। ਉਹ ਮੈਂ ਚਾਹੂੰਗਾ ਕਿ ਜੋ ਕੁਛ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਵਾਪਰਿਆ, ਜੋ ਘਟਨਾ ਉੱਥੇ ਘਟੀ, ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ ਸਾਂਝ ਜ਼ਰੂਰ ਪਾਓ। ਹਾਂਜੀ, ਬਾਦਸ਼ਾਹ ਔਰੰਗਜ਼ੇਬ ਜਿਹੜਾ ਵਾ ਉਹ 1658 ਈਸਵੀ ਦੇ ਵਿੱਚ ਜਿਹੜਾ ਵਾ ਉਹ ਭਾਰਤ ਦਾ ਬਾਦਸ਼ਾਹ ਬਣਦਾ, ਤਖਤ 'ਤੇ ਬੈਠਦਾ ਜੀ। ਅਤੇ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਸ਼ਾਹਜਹਾਨ ਜਿਹੜੇ ਉਹ ਤਖਤ 'ਤੇ ਜਿਹੜਾ ਵਾ ਉਹ ਦਿੱਲੀ ਦੇ ਬਿਰਾਜਮਾਨ ਸੀ ਜੀ। ਸੋ ਜਿਹੜਾ ਬਾਦਸ਼ਾਹ ਔਰੰਗਜ਼ੇਬ ਆ ਉਹ ਬੜੀ ਕੂਟਨੀਤੀ ਦੇ ਨਾਲ ਆਪਣੇ ਸ਼ਾਹਜਹਾਨ ਪਿਤਾ ਨੂੰ ਕੈਦ ਕਰਕੇ ਜੀ ਅਤੇ ਇੱਕ ਭਰਾ ਦਾ ਕਤਲ ਕਰਕੇ ਅਤੇ ਬੜੀ ਜਿਹੜੀ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਦਿੱਲੀ ਤਖਤ 'ਤੇ ਬੈਠਦਾ ਹੈ। ਅਤੇ 1660 ਈਸਵੀ ਦੇ ਵਿੱਚ ਜਿਹੜਾ ਉਹ ਗੁਰੂ ਹਰਰਾਏ ਸਾਹਿਬ ਜੀ ਨੂੰ ਜਿਹੜਾ ਹੈ ਉਹ ਸੱਦਾ ਪੱਤਰ ਭੇਜਦਾ ਹੈ। ਅਤੇ ਉਹ ਗੁਰੂ ਸਾਹਿਬ ਜੀ ਜਿਹੜਾ ਔਰੰਗਜ਼ੇਬ ਬਾਦਸ਼ਾਹ ਦੀਆਂ ਨੀਤੀਆਂ ਤੋਂ ਜਿਹੜਾ ਭਲੀ ਭਾਂਤ ਜਾਣੂ ਸੀ ਜੀ। ਤੋ ਗੁਰੂ ਸਾਹਿਬ ਨੇ ਜਿਹੜਾ ਵਾ ਆਪ ਜਾਣਾ ਮੁਨਾਸਬ ਨਹੀਂ ਸਮਝਿਆ ਅਤੇ ਉਹਨਾਂ ਨੇ ਆਪਣੇ ਪ੍ਰਤੀਨਿਧ ਤੌਰ 'ਤੇ ਆਪਣੇ ਵੱਡੇ ਬੇਟੇ ਬਾਬਾ ਰਾਮ ਰਾਏ ਜੀ ਨੂੰ ਭੇਜਿਆ, ਜਿਹੜਾ ਕਿ ਬਹੁਤ ਹੀ ਸੂਝ ਵਾਲੇ ਅਤੇ ਬੜੇ ਨਿਪੁੰਨ ਸਨ ਅਤੇ ਹਾਜ਼ਰ ਜਵਾਬ ਬੜੇ ਸਨ। ਸੋ ਉਹਨਾਂ ਨੂੰ ਜਿਹੜਾ ਵਾ ਬਾਦਸ਼ਾਹ ਔਰੰਗਜ਼ੇਬ ਪਾਸ ਜਿਹੜਾ ਵਾ ਉਹ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਜੀ। ਹਾਂਜੀ, ਅਤੇ ਬਾਬਾ ਰਾਮ ਰਾਏ ਜੀ ਜਿਹੜਾ ਵਾ ਉਹ ਦਿੱਲੀ ਵਿਖੇ ਜਿਹੜਾ ਵਾ ਉਹ ਬਾਦਸ਼ਾਹ ਦੇ ਪਾਸ ਗਏ। ਸੋ ਇਤਿਹਾਸਕਾਰ ਦੱਸਦੇ ਨੇ ਕਿ ਉੱਥੇ ਬੜੇ, ਜਿਸ ਤਰ੍ਹਾਂ ਮੈਂ ਦੱਸਿਆ ਕਿ ਹਾਜ਼ਰ ਜਵਾਬੀ ਸੀ, ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਜਿਹੜਾ ਉਹਨਾਂ ਔਰੰਗਜ਼ੇਬ ਬਾਦਸ਼ਾਹ ਜਾਂ ਹੋਰ ਜਿਹੜੇ ਵਜ਼ੀਰ ਸੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ ਜੀ। ਸੋ ਕਾਜ਼ੀਆਂ ਨੇ ਵੇਖਿਆ ਕਿ ਜਿਹੜਾ ਬਾਬਾ ਰਾਮ ਰਾਏ ਉਹਦਾ ਸ਼ਾਹੀ ਅਸਰ ਸੂ ਕਾਫੀ ਬਣ ਰਿਹਾ ਹੈ, ਕਿ ਬਾਦਸ਼ਾਹ ਜਿਹੜਾ ਔਰੰਗਜ਼ੇਬ ਉਹਨਾਂ ਦੀਆਂ ਗੱਲਾਂ ਤੋਂ, ਉਹਨਾਂ ਦੀਆਂ ਵਿਚਾਰਾਂ ਤੋਂ ਬੜਾ ਪ੍ਰਭਾਵਿਤ ਹੋ ਰਿਹਾ ਸੀ। ਸੋ ਕਾਜ਼ੀਆਂ ਨੇ ਕਿਹਾ ਕਿ ਕਿਉਂ ਨਾ ਇਹਨਾਂ ਨੂੰ ਇੱਕ ਜਿਹੜਾ ਵਾ ਕਿ ਇਹ ਪੈਂਤੜਾ ਪੁੱਠਾ ਪਾਇਆ ਜਾਵੇ। ਅਤੇ ਕਾਜ਼ੀ ਜਿਹੜੇ ਉਹ ਬੜੇ ਸ਼ੈਤਾਨੀ ਤਰੀਕੇ ਦੇ ਨਾਲ ਜਿਹੜਾ ਵਾ ਔਰੰਗਜ਼ੇਬ ਬਾਦਸ਼ਾਹ ਰਾਹੀਂ ਕਹਿੰਦੇ ਨੇ ਕਿ ਇੱਕ ਇਹਨਾਂ ਦੇ ਗੁਰੂ ਨਾਨਕ ਸਾਹਿਬ ਜੀ ਜਿਹੜੇ ਪਹਿਲੇ ਗੁਰੂ ਹੋਏ ਨੇ, ਉਹਨਾਂ ਨੇ ਆਸਾ ਕੀ ਵਾਰ ਦੇ ਵਿੱਚ ਉਹ ਜਿਹੜਾ ਸਲੋਕ ਹੈ, ਉਹ ਇੱਕ ਪੰਕਤੀ ਹੈ ਕਿ ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ, ਅਤੇ
ਉਹਦਾ ਕੀ ਅਰਥ ਹੈ, ਉਹ ਅਰਥ ਪੁੱਛਦੇ ਨੇ ਬਾਬਾ ਰਾਮ ਰਾਏ ਜੀ। ਬਾਬਾ ਰਾਮ ਰਾਏ ਜੀ ਜਿਹੜਾ ਹੈ ਤੇ ਬੜੀ ਸੂਝ-ਬੂਝ ਵਾਲੇ ਨੇ, ਤੇ ਰੱਬ ਜਾਣੇ ਉੱਥੇ ਉਹ ਇਹ ਸੋਚਦੇ ਨੇ ਕਿ ਜਿਹੜਾ ਮੇਰਾ ਬਾਦਸ਼ਾਹ ਦੇ ਕੋਲ ਅਸਰ ਸੂਖ ਬਣਿਆ ਹੈ, ਸ਼ਾਹੀ ਦਬਦਬਾ ਬਣਿਆ ਹੈ, ਤੇ ਇਹ ਪ੍ਰਭਾਵ ਕਿਤੇ ਮਿਟ ਨਾ ਜਾਏ। ਤੇ ਬਾਬਾ ਰਾਮ ਰਾਏ ਜੀ ਕੀ ਕਰਦੇ ਨੇ, ਕਹਿੰਦੇ ਨੇ ਕਿ ਉਹ ਸਾਡੇ ਤਾਂ ਲਿਖਾਰੀਆਂ ਤੋਂ ਗਲਤੀ ਹੋਈ ਹੈ, ਉਹ ਪੰਕਤੀ ਜਿਹੜੀ ਆ ਉਹ ਮਿੱਟੀ ਮੁਸਲਮਾਨ ਕੀ ਨਹੀਂ ਬੇਈਮਾਨ ਕੀ ਹੈ, ਮਨ ਕੀ ਆ, ਕਿਉਂਕਿ ਤੀਖਣ ਬੁੱਧੀ ਦੇ ਮਾਲਕ ਸੀ, ਬੜੇ ਹਾਜ਼ਰ ਜਵਾਬ ਸੀ, ਬੜੇ ਤਰੀਕੇ ਨਾਲ ਉਹ ਗੱਲ ਨੂੰ ਘੁਮਾ ਕੇ ਆਪਣਾ ਬਚਾਅ ਤੇ ਕਰ ਆਉਂਦੇ ਨੇ। ਪਰ ਹੁਣ ਇੱਥੇ ਮੁੱਦਾ ਇਹ ਬਣ ਜਾਂਦਾ ਹੈ ਕਿ ਉਹਨਾਂ ਨੇ ਬਾਣੀ ਦੀ ਪੰਕਤੀ ਜਿਹੜੀ ਉਹ ਬਦਲ ਦਿੱਤੀ ਹੈ, ਤੇ ਗੁਰੂ ਸਾਹਿਬ ਜਾਂ ਗੁਰੂ ਘਰ ਦੇ ਵਿੱਚ ਇਹ ਚੀਜ਼ ਤਾਂ ਬਿਲਕੁਲ ਹੀ ਜਿਹੜਾ ਉਹ ਬਰਦਾਸ਼ਤ ਤੋਂ ਬਾਹਰ ਹੈ। ਤੋ ਸੰਗਤਾਂ ਰਾਹੀਂ ਜਦੋਂ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਪਤਾ ਲੱਗਦਾ ਇਸ ਗੱਲ ਦਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਸੱਦਾ ਭੇਜ ਦਿੱਤਾ ਜਾਵੇ ਕਿ ਅੱਜ ਤੋਂ ਬਾਅਦ ਜਿਹੜਾ ਤੁਸੀਂ ਸਾਡੇ ਮੱਥੇ ਨਹੀਂ ਲੱਗਣਾ, ਤੁਹਾਡਾ ਜੀ ਜੋ ਕਰਦਾ ਉਹ ਕਰੋ, ਤੁਸੀਂ ਸਾਡੇ ਮੱਥੇ ਨਹੀਂ ਲੱਗਣਾ। ਇਸ ਤਰ੍ਹਾਂ ਜਿਹੜਾ ਉਹ ਬਾਬਾ ਰਾਮ ਰਾਏ ਜੀ ਦਾ ਜਿਹੜਾ ਸੰਗਤਾਂ ਦੇ ਵਿੱਚ ਤੇ ਗੁਰੂ ਸਾਹਿਬ ਦੀ ਨਜ਼ਰਾਂ ਦੇ ਵਿੱਚ ਜੋ ਇੱਕ ਥਾਂ ਬਣੀ ਸੀ, ਉਸ ਤੋਂ ਜਿਹੜਾ ਵਾ ਨੀਚੇ ਗਿਰ ਜਾਂਦੇ ਨੇ ਜੀ। ਸੋ ਬਿਲਕੁਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਣ ਰਹੀਆਂ ਨੇ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਅਸੀਂ ਉਹਨਾਂ ਦੇ ਜੀਵਨ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕਰ ਰਹੇ ਹਾਂ, ਅਤੇ ਕਿਵੇਂ ਬਾਦਸ਼ਾਹ ਔਰੰਗਜ਼ੇਬ ਜਦੋਂ ਗੁਰੂ ਹਰਿ ਰਾਏ ਸਾਹਿਬ ਨੂੰ ਦਿੱਲੀ ਬੁਲਾਉਂਦਾ ਆ, ਤਾਂ ਰਾਮ ਰਾਏ ਨੂੰ ਜਦੋਂ ਭੇਜਿਆ ਜਾਂਦਾ ਆ ਤਾਂ ਉੱਥੇ ਇੱਕ ਪੰਕਤੀ ਗੁਰਬਾਣੀ ਦੀ ਜਿਹੜੀ ਆ ਉਹ ਬਦਲ ਦਿੱਤੀ ਜਾਂਦੀ ਆ। ਅਤੇ ਉਸ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤਾਂ ਭਾਈ ਸਾਹਿਬ ਦੇ ਨਾਲ ਅੱਗੇ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਕਰਦੇ ਹਾਂ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ। ਭਾਈ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਣ ਦੀ ਗੱਲ ਕਰੀਏ ਤਾਂ ਬੜੀ ਛੋਟੀ ਆਯੂ ਦੇ ਵਿੱਚ ਹੀ ਉਹਨਾਂ ਨੂੰ ਜਿਹੜੀ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ ਸੀਗੀ। ਉਸ ਦੇ ਪਿੱਛੇ ਵੀ ਕੋਈ ਕਾਰਨ ਸਨ? ਹਾਂਜੀ, ਵੇਖੋ, ਭਾਵੇਂ ਕਿ ਸਰੀਰਕ ਉਮਰ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਿੱਖ ਧਰਮ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਸਨ, ਤੇ ਸਰੀਰਕ ਆਯੂ ਉਹਨਾਂ ਦੀ ਬਹੁਤ ਛੋਟੀ ਸੀ। ਜਦੋਂ 1661 ਈਸਵੀ ਦੇ ਵਿੱਚ ਉਹ ਗੁਰਗੱਦੀ 'ਤੇ ਬੈਠਦੇ ਨੇ, ਤੇ 5.25 ਸਾਲ ਜਿਹੜੀ ਉਹਨਾਂ ਦੀ 5 ਸਾਲ ਤੇ 3 ਮਹੀਨੇ ਲਗਭਗ ਉਮਰ ਬਣਦੀ ਹੈ ਜੀ। ਪਰ ਗੁਰਬਾਣੀ ਦੀ ਵੇਖੋ ਇਹ ਇੱਕ ਵਿਚਾਰ ਹੈ ਕਿ ਗੁਰਬਾਣੀ ਦਾ ਜਿਵੇਂ ਆਪਾਂ ਪੜ੍ਹਦੇ ਕਿ ਜੋ ਤੋਹਾ ਜੁਗਤ ਸਾਇਆ ਸੈ ਕਾਇਆ ਫੇਰ ਪਲਟੀ ਹੈ ਜੀ, ਕਿ ਇੱਥੇ ਜਿਹੜਾ ਜੋਤ ਤੇ ਜੁਗਤ ਦੀ ਗੱਲ ਹੈ ਕਿ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਰਤ ਰਹੀ ਹੈ, ਤੇ ਜੁਗਤ ਜਿਹੜਾ ਉਹਨਾਂ ਦਾ ਢੰਗ ਮੈਥਡ ਤਰੀਕਾ ਹੈ ਜਿਹੜਾ ਅੱਗੇ ਗੁਰੂ ਸਾਹਿਬਾਂ ਦਾ ਕੰਮ ਕਰਨ ਦਾ, ਨਾਨਕ ਨਿਰਮਲ ਪੰਥ ਚਲਾਉਣ ਦਾ ਜਿਹੜਾ ਤਰੀਕਾ ਹੈ, ਉਹਦੇ ਵਿੱਚ ਕਦੀ ਵੀ ਕੋਈ ਬਦਲਾਅ ਜਾਂ ਕਦੀ ਵੀ ਕੋਈ ਹੇਰ ਫੇਰ ਜਾਂ ਕਦੀ ਵੀ ਕੋਈ ਉਹੋ ਜਿਹੀ ਚੀਜ਼ ਨਹੀਂ, ਉਹ ਸੇਮ ਹੀ ਰਹੀ ਹੈ। ਸੋ ਇਸ ਕਰਕੇ ਕਿਉਂਕਿ ਗੁਰੂ ਅਮਰਦਾਸ ਜੀ ਵੱਲੇ ਵੇਖੀਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਉਧਰ ਇਹ ਗੁਰੂ ਅਮਰਦਾਸ ਸਾਹਿਬ ਜੀ ਬੜੀ ਲੰਮੇਰੀ ਉਮਰ ਦੇ, ਜਦੋਂ ਨੇ ਉਹ 92 ਸਾਲ ਤੱਕ ਜਿਹੜਾ ਵਾ ਉਹ ਵੇਖੋ ਗੁਰੂ ਸਾਹਿਬ ਦੀ, ਜਦੋਂ ਆਪਾਂ ਆਮ ਕਰਕੇ ਕਹਿੰਦੇ ਕਿ ਬਾਪੂ 70-72 ਹੋ ਗਿਆ, ਤੇ 72 ਸਾਲ ਦੀ ਉਮਰ ਤੱਕ ਜਿਹੜਾ ਵਾ ਉਹ ਜਾ ਕੇ ਗੁਰੂ ਸਾਹਿਬ ਦੀ ਸ਼ਰਨ ਪੈਂਦੇ ਨੇ, ਗੁਰੂ ਅੰਗਦ ਦੇਵ ਸਾਹਿਬ ਦੀ। ਇੱਧਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲੇ ਦੇਖਦੇ ਆ ਤੇ ਇਹ ਸਭ ਤੋਂ ਛੋਟੀ ਉਮਰ ਦੇ ਵਿੱਚ ਨੇ, ਉਹ ਸਭ ਤੋਂ ਲੰਮੇਰੀ ਉਮਰ ਦੇ ਵਿੱਚ ਨੇ। ਤਾਂ ਕਰਕੇ ਗੁਰੂ ਘਰ ਦੇ ਵਿੱਚ ਕੋਈ ਸਰੀਰਕ ਆਊ ਜਿਹੜੀ ਉਹ ਕੋਈ ਮਾਇਨੇ ਨਹੀਂ ਰੱਖਦੀ, ਇੱਥੇ ਮਾਇਨੇ ਰੱਖਦੀ ਹੈ ਕਿ ਤੁਹਾਡੀ ਸੂਝ-ਬੂਝ, ਨਿਪੁੰਨਤਾ। ਕਿ ਜਿਵੇਂ ਛੋਟੇ ਹੁੰਦੇ ਹੀ ਇੱਕ ਘਟਨਾ ਗੁਰੂ ਹਰਿ ਰਾਏ ਸਾਹਿਬ ਨੇ ਇੱਕ ਸਿੱਖ ਨੂੰ ਇੱਕ ਸੂਈ ਕਹਿੰਦੇ ਨੇ ਦਿੱਤੀ, ਇਤਿਹਾਸਕਾਰ ਲਿਖਦੇ ਨੇ, ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਆਪਣੇ ਸਿੱਖ ਇਤਿਹਾਸ ਦੇ ਵਿੱਚ ਕਿ ਉਹ ਸੂਈ ਦਿੰਦੇ ਨੇ ਕਿ ਜਦੋਂ ਦੋਵੇਂ ਸ਼ਹਿਜ਼ਾਦੇ ਦੋਵੇਂ ਪੁੱਤਰ ਪਾਠ ਕਰਨ ਤੇ ਤੁਸੀਂ ਇਹਨਾਂ ਦੀ ਉਹ ਪ੍ਰੀਖਿਆ ਲੈਣੀ ਹੈ। ਤੇ ਕਹਿੰਦੇ ਨੇ ਕਿ ਬਾਬਾ ਰਾਮ ਰਾਏ ਜੀ ਵੀ ਜਿਹੜਾ ਗੁਰਬਾਣੀ ਦਾ ਪਾਠ ਕਰ ਰਹੇ ਸੀ, ਤਾਂ ਗੁਰੂ ਹਰਕ੍ਰਿਸ਼ਨ ਜੀ ਵੀ ਕਰ ਰਹੇ ਸੀ, ਤੇ ਉਹ ਸਿੱਖ ਸੇਵਕਾਂ ਨੇ ਜਿਹੜਾ ਉਹ ਸੂਈ ਚਬੋਈ ਤੇ ਬਾਬਾ ਰਾਮ ਜੀ ਨੇ ਮਹਿਸੂਸ ਕੀਤੀ, ਪਾਠ ਕਰਨੋਂ ਹਟ ਗਏ। ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਵਾਰੀ ਆਈ, ਉਹਨਾਂ ਦੇ ਸੂਈ ਚਬੋਈ ਤੇ ਕਹਿੰਦੇ ਨੇ ਕਿ ਉਹ ਬੜੇ ਆਰਾਮ ਇਕਾਗਰ ਚਿਤ ਨਾਲ ਉਸੇ ਤਰ੍ਹਾਂ ਹੀ ਲਗਨ ਦੇ ਨਾਲ ਗੁਰਬਾਣੀ ਪੜ੍ਹਦੇ ਰਹੇ। ਇਹ ਸੀ ਮਤਲਬ ਉਹਨਾਂ ਦੀ ਸ਼ੁਰੂ ਤੋਂ ਇੱਕ ਇਹ ਪ੍ਰੀਖਿਆ। ਤੇ ਦੂਸਰੀ ਜਿਹੜਾ ਵਾ ਜਿਵੇਂ ਵੀ ਬਾਬਾ ਰਾਮ ਰਾਏ ਜੀ ਦਾ ਪੰਕਤੀ ਬਦਲ ਦੇਣਾ, ਸ਼ਾਹੀ ਅਸਰ ਸੂਖ ਨਾ ਘਟੇ, ਉਸ ਚੀਜ਼ ਨੂੰ ਬਾਦਸ਼ਾਹ ਤੇ ਮੇਰਾ ਪ੍ਰਭਾਵ ਬਣਿਆ ਰਹੇ, ਪਰ ਉਹਨਾਂ ਗੁਰੂ ਨਾਨਕ ਦੇ ਘਰ ਦੀ ਪਰਵਾਹ ਨਹੀਂ ਕੀਤੀ, ਜਦ ਕਿ ਸੂਝ-ਬੂਝ ਵਾਲੇ ਵਿਅਕਤੀ ਸਨ। ਸੋ ਗੁਰੂ ਸਾਹਿਬ ਨੇ ਫਿਰ ਦੇਖ ਲਿਆ ਕਿ ਜਿਹੜਾ ਉਹ ਗੱਦੀ ਦੇ ਅਸਲੀ ਵਾਰਸ ਇਹ ਛੋਟੇ ਬੇਟੇ, ਛੋਟੇ ਪੁੱਤਰ ਜਿਹੜਾ ਉਹ ਹਰਕ੍ਰਿਸ਼ਨ ਜੀ, ਤੇ ਉਹਨਾਂ ਨੂੰ 1661 ਈਸਵੀ ਦੇ ਵਿੱਚ ਜਿਹੜਾ ਵਾ ਉਹ ਗੁਰਤਾ ਗੱਦੀ ਜਿਹੜੀ ਆ ਉਹ ਕੀਰਤਪੁਰ ਵਿਖੇ ਦੇ ਦਿੱਤੀ ਜਾਂਦੀ ਹੈ ਜੀ। ਬਿਲਕੁਲ। ਜਦੋਂ ਭਾਈ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਗੁਰਤਾ ਗੱਦੀ ਜਿਹੜੀ ਆ ਉਹ ਦਿੱਤੀ ਜਾਂਦੀ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਰਾਮ ਰਾਏ ਦੇ ਵੱਲੋਂ ਜਿਹੜਾ ਆ ਉਹ ਵਿਰੋਧ ਕੀਤਾ ਜਾਂਦਾ ਆ, ਔਰ ਕਈ ਜਿਹੜੇ ਆ ਉਹ ਕਾਰਨ ਜਿਹੜੇ ਆ ਉਹ ਲੈ ਕੇ ਜਿਹੜਾ ਵਾ ਬੈਠ ਜਾਂਦਾ ਆ। ਸੋ ਉਹ ਕੀ ਗੱਲਾਂ ਸੀਗੀਆਂ, ਕਿਹੜੀਆਂ ਗੱਲਾਂ ਨੂੰ ਮੁੱਖ ਰੱਖ ਕੇ ਵਿਰੋਧ ਜਿਹੜਾ ਆ ਉਹ ਕੀਤਾ ਗਿਆ? ਕਿਉਂਕਿ ਬਾਬਾ ਰਾਮ ਰਾਏ ਜੀ ਦੇ ਮਨ ਦੇ ਵਿੱਚ ਇਹ ਕੁਦਰਤੀ ਗੱਲ ਸੀ ਕਿ ਜਿਹੜਾ ਗੁਰਗੱਦੀ ਉਹ ਮੈਨੂੰ ਹੀ ਮਿਲੇਗੀ। ਕਿ ਗੁਰੂ ਸਾਹਿਬ ਜੀ ਵੇਖੋ ਕਿ ਇੱਕ
ਬਾਦਸ਼ਾਹ ਪਾਸ ਮੈਨੂੰ ਭੇਜ ਰਹੇ ਨੇ, ਭਾਵ ਕਿ ਮੈਨੂੰ ਸੂਝ ਬੂਝ ਤੇ ਨਿਪੁੰਨਤਾ ਦਾ ਮਾਲਕ ਮੰਨਦੇ ਨੇ ਤੇ ਮੈਨੂੰ ਹੀ ਦੇਣਗੇ। ਸੋ ਜਦੋਂ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਵਿਖੇ ਇਸ ਗੱਲ ਦਾ ਪਤਾ ਲੱਗਾ ਕਿ ਗੁਰਤਾ ਗੱਦੀ ਜਿਹੜੀ ਆ ਉਹ ਮੇਰੇ ਛੋਟੇ ਭਰਾਤਾ ਜੀ ਨੂੰ ਮਿਲ ਗਈ ਹੈ, ਸੋ ਬਾਬਾ ਰਾਮ ਰਾਏ ਜੀ ਨੇ ਬੜਾ ਬੁਰਾ ਮਨਾਇਆ। ਦਿੱਲੀ ਵਿਖੇ ਉਸ ਵੇਲੇ ਮਸੰਦ ਨਾਂ ਦਾ ਗੁਰਦਾਸ ਜੀ, ਉਹ ਵੀ ਕਿਉਂਕਿ ਸਾਰਾ ਹਿਸਾਬ ਕਿਤਾਬ ਜਿਹੜਾ ਉਹ ਮਸੰਦ ਪ੍ਰਥਾ ਦਾ ਗੁਰੂ ਬਾਬਾ ਰਾਮ ਰਾਏ ਜੀ ਕੋਲ ਸੀ, ਸੋ ਕਾਫੀ ਮਸੰਦ ਵੀ ਜਿਹੜੇ ਆ ਉਹ ਬਾਬਾ ਰਾਮ ਰਾਏ ਜੀ ਨਾਲ ਰਲ ਗਏ ਕਿ ਅਸੀਂ ਤੁਹਾਡੀ ਸਹਾਇਤਾ ਕਰਦੇ ਹਾਂ। ਇੱਥੋਂ ਤੱਕ ਇਤਿਹਾਸਕਾਰਾਂ ਲਿਖਿਆ ਕਿ ਉਹਨਾਂ ਨੂੰ ਗੁਰੂ ਵੀ ਮੰਨ ਲਿਆ ਕਈਆਂ ਨੇ, ਤੇ ਸੰਗਤਾਂ ਵਿੱਚ ਇਹ ਗੱਲ ਪ੍ਰਚਾਰਨੀ ਸ਼ੁਰੂ ਕਰਦੀ ਕਿ ਆਪਣੇ ਗੁਰੂ ਜਿਹੜੇ ਆ ਉਹ ਹਰਕ੍ਰਿਸ਼ਨ ਜੀ ਨਹੀਂ, ਗੁਰੂ ਰਾਮ ਰਾਏ ਜੀ ਹੈ। ਪਰ ਸੰਗਤਾਂ ਜਿਹੜੇ ਉਹ ਸੁਚੇਤ ਸੀ, ਕਿਉਂਕਿ ਜਿਹੜੇ ਹੋਰ ਮਸੰਦ ਸੀ ਗੁਰਬਖਸ਼ ਮੱਲ ਵਰਗੇ ਹੋਰ ਜਿਹੜੇ ਨੇ ਉਹ ਸਿੱਖ ਸੇਵਕਾਂ ਨੇ ਦੱਸਿਆ ਕਿ ਨਹੀਂ, ਇਸ ਬਾਬਾ ਰਾਮ ਰਾਏ ਜੀ ਨੇ ਪੰਕਤੀ ਬਦਲੀ ਹੈ, ਗੁਰੂ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਮੱਥੇ ਨਹੀਂ ਲੱਗਣਾ। ਸੋ ਇਸ ਕਰਕੇ ਬੜੀਆਂ ਚਾਲਾਂ ਬਾਬਾ ਰਾਮ ਰਾਏ ਜੀ ਨੇ ਚੱਲੀਆਂ, ਪਰ ਉਹ ਸਾਰੀਆਂ ਉਹਨਾਂ ਦੀਆਂ ਅਸਫਲ ਰਹੀਆਂ। ਉਹ ਆਪਣੀਆਂ ਸਾਜ਼ਿਸ਼ਾਂ ਦੇ ਵਿੱਚ ਫੇਲ ਹੋਏ। ਗੁਰੂ ਘਰ ਜਾਂ ਸੰਗਤਾਂ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਉਸੇ ਤਰ੍ਹਾਂ ਜਿਹੜਾ ਪਿਆਰ ਉਹ ਬਣਿਆ ਰਿਹਾ ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਨਾਲ ਸੀ। ਜੀ ਬਿਲਕੁਲ, ਗੱਲ ਕਰ ਰਹੇ ਹਾਂ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ 8ਵੇਂ ਨਾਨਕ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਇਹ ਗੱਲਬਾਤ ਉਹਨਾਂ ਦੇ ਜੀਵਨ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਚੱਲ ਰਹੀ ਆ। ਸੋ ਇਹ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਬਾਦਸ਼ਾਹ ਦੇ ਪਾਸ ਵੀ ਸ਼ਿਕਾਇਤ ਜਿਹੜੀ ਆ ਉਹ ਬਾਬਾ ਰਾਮ ਰਾਏ ਦੇ ਵੱਲੋਂ ਕੀਤੀ ਗਈ। ਬਾਦਸ਼ਾਹ ਦੇ ਪਾਸ ਸ਼ਿਕਾਇਤ ਕਰਨ ਦਾ ਕੀ ਮਤਲਬ ਸੀ ਤਾਂ ਫਿਰ ਉੱਥੇ ਕੀ ਕੁਝ ਜਿਹੜਾ ਆ ਉਹ ਹੋਇਆ ਜਦੋਂ ਬਾਦਸ਼ਾਹ ਦੇ ਕੋਲ ਸ਼ਿਕਾਇਤ ਗਈ? ਹਾਂਜੀ, ਜਦੋਂ ਕੁਝ ਮਸੰਦਾਂ ਤੇ ਬਾਬਾ ਰਾਮ ਰਾਏ ਜੀ ਨੇ ਦੇਖਿਆ ਕਿ ਸੰਗਤਾਂ ਦੇ ਵਿੱਚ ਜੋ ਮਸੰਦ ਕਹਿ ਰਹੇ ਨੇ ਉਹ ਗੱਲ ਬਣ ਨਹੀਂ ਰਹੀ, ਫਿਰ ਜਿਹੜਾ ਵਾ ਕੁਝ ਮਸੰਦਾਂ ਦੇ ਨਾਲ ਕੁਝ ਮਸੰਦ ਗੰਢ ਧੁੱਪ ਕਰਦੇ ਨੇ ਤੇ ਬਾਦਸ਼ਾਹ ਔਰੰਗਜ਼ੇਬ ਜੀ ਕੋਲ ਜਾਂਦੇ ਨੇ ਕਿ ਤੇ ਬਾਬਾ ਰਾਮ ਰਾਏ ਜੀ ਕਹਿੰਦੇ ਨੇ ਕਿ ਵੇਖੋ ਮੈਂ ਵੱਡਾ ਭਰਾ ਹੈ ਤੇ ਵੱਡੇ ਹੋਣ ਦੇ ਨਾਤੇ ਮੇਰਾ ਜਿਹੜਾ ਗੁਰਤਾ ਗੱਦੀ ਤੇ ਹੱਕ ਬਣਦਾ ਸੀ, ਸੋ ਮੈਂ ਆਪ ਜੀ ਪਾਸ ਆਇਆ ਤੇ ਮੇਰਾ ਤੁਹਾਡੇ ਨਾਲ ਜਿਹੜਾ ਬੜਾ ਦੋਸਤਾਨਾ ਸੰਬੰਧ ਨੇ ਤੇ ਇਸੇ ਕਰਕੇ ਜਿਹੜਾ ਮੈਂ ਗੁਰਤਾ ਗੱਦੀ ਤੋਂ ਵਾਂਝਾ ਰਹਿ ਗਿਆ ਤੇ ਮੇਰੀ ਸਹਾਇਤਾ ਕਰੋ। ਸੋ ਬਾਦਸ਼ਾਹ ਜਿਹੜਾ ਵਾ ਉਹ ਫਿਰ ਕਹਿੰਦੇ ਨੇ ਕਿ ਉਸ ਤੋਂ ਬਾਅਦ ਕੁਝ ਸਮਾਂ ਲਈ ਉਹ ਕਸ਼ਮੀਰ ਜਾਂਦਾ ਹੈ ਤੇ ਕਸ਼ਮੀਰ ਜਾਣ ਦੇ ਵੇਲੇ ਲਾਹੌਰ ਦੇ ਵਿੱਚ 3 ਮਹੀਨੇ ਰਹਿੰਦਾ ਹੈ ਤੇ ਇੱਥੇ ਵੀ ਜਿਹੜਾ ਵਾ ਕੁਛ ਵਿਰੋਧੀ ਜਿਹੜੇ ਨੇ ਉਹ ਬਾਦਸ਼ਾਹ ਪਾਸ ਸ਼ਿਕਾਇਤਾਂ ਕਰਦੇ ਨੇ ਕਿ ਹਾਂਜੀ ਜਿਹੜਾ ਗੁਰਤਾ ਗੱਦੀ ਹੈ ਉਹ ਬਾਬਾ ਰਾਮ ਰਾਏ ਜੀ ਨੂੰ ਹੀ ਮਿਲਣੀ ਚਾਹੀਦੀ ਹੈ। ਸੋ ਇਸ ਕਰਕੇ ਕਈ ਤਰ੍ਹਾਂ ਦੇ ਨਾਲ ਬਾਬਾ ਰਾਮ ਰਾਏ ਜੀ ਨੇ ਗੰਢ ਧੁੱਪ ਕੀਤੇ ਤੇ ਬਾਦਸ਼ਾਹ ਪਾਸ ਸ਼ਿਕਾਇਤਾਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਵਾ ਉਹ ਅੱਗੇ ਗੁਰੂ ਸਾਹਿਬ ਨੂੰ ਫਿਰ ਉਹ ਪਲਾਨ ਬਣਾਉਂਦਾ ਵਾ ਕਿਸੇ ਤਹਿਤ। ਉਹ ਬੜਾ ਖੁਸ਼ ਹੁੰਦਾ ਆ ਅੰਤਰ ਦ੍ਰਿਸ਼ਟੀ ਤੋਂ, ਕਿਉਂਕਿ ਸਥਿਤੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਬਾਦਸ਼ਾਹ ਜਿਹੜਾ ਔਰੰਗਜ਼ੇਬ ਆ ਉਹ ਸਿੱਧੀ ਜਿਹੜੀ ਆ ਉਹ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਕਰ ਸਕਦਾ, ਕਿਉਂਕਿ ਉਹਨੂੰ ਪਤਾ ਸੀ ਕਿ ਪਹਿਲੋਂ ਬਾਦਸ਼ਾਹ ਜਹਾਂਗੀਰ ਵੱਲੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾਉਣਾ, 6ਵੇਂ ਪਾਤਸ਼ਾਹ ਨੂੰ ਸ਼ਾਹਜਹਾਨ ਵੱਲੋਂ ਜਿਹੜਾ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕਰਨਾ। ਸੋ ਇੱਦਾਂ ਦਾ ਜਿਹੜਾ ਉਹ ਸਮਝਦਾ ਕਿ ਇਹ ਪਾੜੇ ਨੂੰ ਮੇਟਿਆ ਜਾਵੇ ਤੇ ਇਹਨਾਂ ਦੀ ਭਰਾਵਾਂ ਦੀ ਆਪਸ ਫੁੱਟ ਲੜਾਈ ਤੋਂ ਜਿਹੜਾ ਉਹ ਫਾਇਦਾ ਚੁੱਕਿਆ ਜਾਵੇ। ਤੋ ਬਾਦਸ਼ਾਹ ਬੜਾ ਖੁਸ਼ ਸੀ ਇਸ ਨੀਤੀ ਤੋਂ ਕਿ ਇਹਨਾਂ ਦੇ ਘਰ ਦੇ ਵਿੱਚ ਹੀ ਜਿਹੜਾ ਜਿਨ੍ਹਾਂ ਨੇ ਲੁਕਾਈ ਨੂੰ ਜੋੜਨਾ ਵਾ, ਜਿਹੜੇ ਸਾਡੇ ਤੁਰਕ ਮੁਸਲਮਾਨ ਜਾਂ ਹੋਰ ਕਾਫਰਾਂ ਨੂੰ ਆਪਣੇ ਨਾਲ ਮਿਲਾ ਰਹੇ ਨੇ, ਅੱਜ ਉਹਨਾਂ ਦੇ ਘਰ ਦੇ ਵਿੱਚ ਹੀ ਇਹ ਸਥਿਤੀ ਬਣ ਗਈ। ਬਾਦਸ਼ਾਹ ਜਿਹੜਾ ਵਾ ਉਹਦੇ ਆਪਣੇ ਦ੍ਰਿਸ਼ਟੀਕੋਣ ਤੋਂ ਇਹ ਬੜਾ ਵਧੀਆ ਮਾਹੌਲ ਉਹਨੂੰ ਇਹ ਮਿਲ ਚੁੱਕਾ ਸੀ। ਜੀ ਹਾਂਜੀ, ਗੱਲ ਕਰੀਏ ਭਾਈ ਸਾਹਿਬ ਜੀ ਬਾਦਸ਼ਾਹ ਔਰੰਗਜ਼ੇਬ ਦੀ, ਤਾਂ ਜੈ ਸਿੰਘ ਦੇ ਰਾਹੀਂ ਸੱਦਾ ਜਿਹੜਾ ਆ ਉਹ ਗੁਰੂ ਸਾਹਿਬ ਨੂੰ ਮਿਲਦਾ ਆ ਦਿੱਲੀ ਆਉਣ ਵਾਸਤੇ। ਸੋ ਜਦੋਂ ਉਹ ਸੱਦਾ ਮਿਲਦਾ ਹੈ, ਕੀ ਕਾਰਨ ਸੀਗਾ ਕਿ ਸੱਦਾ ਜਿਹੜਾ ਆ ਉਹ ਜੈ ਸਿੰਘ ਦੇ ਰਾਹੀਂ ਹੀ ਗੁਰੂ ਸਾਹਿਬ ਨੂੰ ਭਿਜਵਾਇਆ ਗਿਆ ਕਿ ਤੁਸੀਂ ਦਿੱਲੀ ਜਿਹੜਾ ਆ ਉਹ ਆਓ? ਹਾਂਜੀ, ਜਿਵੇਂ ਪਹਿਲੋਂ 1660 ਈਸਵੀ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ ਗੁਰੂ ਹਰਿਰਾਏ ਸਾਹਿਬ ਨੂੰ ਸੱਦਾ ਭੇਜਦਾ ਸੀ, ਉਸੇ ਸੱਦੇ ਤਹਿਤ ਗੁਰੂ ਸਾਹਿਬ ਬਾਬਾ ਰਾਮ ਰਾਏ ਜੀ ਨੂੰ ਭੇਜਦੇ ਨੇ। ਤੇ ਜਦੋਂ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਸਾਹਿਬ ਦਿੰਦੇ ਨੇ ਗੁਰੂ ਹਰਿਰਾਏ ਸਾਹਿਬ, ਤੇ ਉਹ ਇਹ ਗੱਲ ਬੜੀ ਮਤਲਬ ਪੱਕੀ ਕਰਦੇ ਨੇ ਕਿ ਬਾਦਸ਼ਾਹ ਦੀਆਂ ਨੀਤੀਆਂ ਅੱਗੇ ਝੁਕਣਾ ਨਹੀਂ ਜੀ, ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਜਿਹੜਾ ਵਾ ਤੁਸੀਂ ਇਸ ਚੀਜ਼ ਤੇ ਹੀ ਦ੍ਰਿੜ ਰਹਿਣਾ ਹੈ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਵੀ ਅਸੀਂ ਵੀ ਜਿਹੜਾ ਉਹ ਮਲੇਸ਼ ਦੇ ਦਰਸ਼ਨ ਨਹੀਂ ਕੀਤੇ, ਉਹਦੇ ਕੋਲ ਪਾਸ ਉਹਦੇ ਨਹੀਂ ਗਏ, ਤੇ ਤੁਸੀਂ ਵੀ ਇਸੇ ਨੀਤੀ ਤਹਿਤ ਜਿਹੜਾ ਕੰਮ ਕਰਨਾ। ਤੇ ਗੁਰੂ ਸਾਹਿਬ ਜਿਹੜਾ ਵਾ ਉਹ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਮੈਂ ਸਿੱਧਾ ਡਾਇਰੈਕਟ ਸੱਦਾ ਭੇਜਿਆ ਤੇ ਗੁਰੂ ਸਾਹਿਬ ਨੇ ਜਿਹੜਾ ਉਹ ਆਉਣਾ ਨਹੀਂ, ਕਿਉਂਕਿ ਇਹਨਾਂ ਦੇ ਗੁਪਤਚਰ ਵਿਭਾਗ ਹੁੰਦੇ ਨੇ ਰਾਜਿਆਂ ਦੇ, ਸੂਈਏ ਹੁੰਦੇ ਨੇ, ਏਜੰਸੀਆਂ ਹੁੰਦੀਆਂ ਨੇ, ਇਹਨਾਂ ਨੂੰ ਖਬਰ ਸਾਰੀ ਪਹੁੰਚਦੀ ਰਹਿੰਦੀ ਹੈ। ਸੋ ਇਸੇ ਕਰਕੇ ਉਹਨਾਂ ਨੇ ਇੱਕ ਇਹ ਵਿਉਂਤ ਕੱਢੀ ਕਿ ਰਾਜਾ ਜੈ ਸਿੰਘ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਹੈ ਤੇ ਉਹਦੇ ਰਾਹੀਂ ਜਿਹੜਾ ਗੁਰੂ ਸਾਹਿਬ ਨੂੰ ਜਿਹੜਾ ਉਹ ਸੱਦਾ ਪੱਤਰ ਭੇਜਿਆ, ਤੇ ਰਾਜਾ ਜੈ ਸਿੰਘ ਜਿਹੜਾ ਉਹ ਆਪਣੇ ਦੀਵਾਨ ਨੂੰ ਭੇਜਦਾ ਪਰਸਾਰਾਮ ਨੂੰ
ਕਿ ਗੁਰੂ ਸਾਹਿਬ ਨੂੰ ਜਿਹੜਾ ਬੜੇ ਆਦਰ ਮਾਨ ਸਤਿਕਾਰ ਸਹਿਤ ਜਿਹੜਾ ਵਾ ਉਹ ਲੈ ਕੇ ਕੀਰਤਪੁਰ ਤੋਂ ਇੱਥੋਂ ਦਿੱਲੀ ਵਿਖੇ ਆਓ। ਜੀ ਜੀ। ਜੈ ਸਿੰਘ ਜਿਹੜਾ ਸੀਗਾ ਉਹ ਗੁਰੂ ਘਰ ਦਾ ਸ਼ਰਧਾਲੂ ਸੀਗਾ? ਹਾਂਜੀ ਹਾਂਜੀ ਜੀ, ਸ਼ਰਧਾਲੂ ਰਾਜਾ ਸੀ। ਜੀ ਜੀ ਜੀ। ਤੇ ਗੱਲ ਕਰੀਏ ਫਿਰ ਦਿੱਲੀ ਵੱਲ ਜਾਣ ਦੀ ਤਿਆਰੀ ਫਿਰ ਕਿਵੇਂ ਗੁਰੂ ਸਾਹਿਬ ਜਿਹੜੇ ਆ ਉਹ ਆਰੰਭਦੇ ਆ? ਹਾਂਜੀ, ਕਿਉਂ ਜਦੋਂ ਗੁਰੂ ਸਾਹਿਬ ਕੀਰਤਪੁਰ ਰਾਜਾ ਜੈ ਸਿੰਘ ਆਪਣਾ ਦੀਵਾਨ ਭੇਜਦਾ, ਗੁਰੂ ਸਾਹਿਬ ਜਿਹੜਾ ਵਾ ਉਹ ਤਿਆਰ ਹੁੰਦੇ ਨੇ ਦਿੱਲੀ ਜਾਣ ਦੇ ਲਈ। ਤੇ ਆਮ ਸੰਗਤਾਂ ਦੇ ਮਨ ਦੇ ਵਿੱਚ ਬੜਾ ਤੋਖਲਾ ਆਉਂਦਾ, ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਵੀ ਗੁਰੂ ਸਾਹਿਬ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਜਾਂਦੇ ਨੇ ਤੇ ਗਵਾਲੀਅਰ ਗੁਰੂ ਸਾਹਿਬ ਜੀ ਜਾਂਦੇ ਨੇ, ਤੇ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਤੋਖਲਾ, ਬਹੁਤ ਸੰਗਤਾਂ ਦਾ ਇਕੱਠ ਹੋ ਜਾਂਦਾ ਤੇ ਅੰਬਾਲੇ ਤੱਕ ਇੰਨੀਆਂ ਸੰਗਤਾਂ ਹੋ ਜਾਂਦੀਆਂ ਨੇ ਕਿ ਗੁਰੂ ਸਾਹਿਬ ਜਿਹੜਾ ਵਾ ਅੰਬਾਲੇ ਕਹਿੰਦੇ ਨੇ ਕਿ ਪੰਜੋਖਰਾ ਸਾਹਿਬ ਤੋਂ ਪਹਿਲਾਂ ਜਿਹੜਾ ਉਹ ਲੀਹ ਖਿੱਚ ਦਿੰਦੇ ਨੇ ਕਿ ਇਸ ਤੋਂ ਪਾਰ ਜਿਹੜੇ ਕੁਝ 94 ਸਿੱਖ ਨੇ, ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਮਾਤਾ ਕ੍ਰਿਸ਼ਨ ਕੌਰ ਜੀ ਤੇ ਭਾਈ ਸਤੀ ਦਾਸ ਜੀ ਤੇ ਭਾਈ ਗੁਰਦਿੱਤਾ ਜੀ, ਕੁਝ 94 ਸਿੱਖਾਂ ਨੂੰ ਨਾਲ ਲੈ ਕੇ ਤੇ ਨਾਲ ਜਿਹੜਾ ਉਹ ਅੱਗੇ ਰਵਾਨਾ ਹੁੰਦੇ ਨੇ। ਇੱਥੇ ਜਿਹੜਾ ਉਹ ਬਾਕੀ ਸੰਗਤ ਨੂੰ ਜਿਹੜਾ ਉਹ ਪਿਛਾਂਹ ਘਰਾਂ ਵੱਲ ਨੂੰ ਮੋੜ ਦਿੰਦੇ ਨੇ। ਜੀ ਹਾਂਜੀ ਜੀ ਜੀ ਜੀ, ਬਿਲਕੁਲ। ਸੋ ਬਿਲਕੁਲ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਜੀਵਨ ਦੇ ਉੱਤੇ। ਉਹਨਾਂ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਸਤਿਕਾਰ ਦੇ ਨਾਲ ਸਮੁੱਚੀ ਦੁਨੀਆ ਦੇ ਵਿੱਚ ਵਸਦਾ ਸਿੱਖ ਭਾਈਚਾਰਾ ਗੁਰੂ ਨਾਨਕ ਨਾਮ ਲੈਵਾ ਸੰਗਤ ਜਿਹੜੀ ਆ ਉਹ ਮਨਾ ਰਹੀ ਆ। ਸੋ ਭਾਈ ਸਾਹਿਬ ਜੀ, ਅੱਗੇ ਜਾਣਨਾ ਚਾਹਾਂਗੇ ਕਿ ਜਦੋਂ ਗੁਰੂ ਸਾਹਿਬ ਦਿੱਲੀ ਵੱਲ ਨੂੰ ਜਾ ਰਹੇ ਸੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਰਸਤੇ 'ਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆ ਉਹ ਉਹਨਾਂ ਨੂੰ ਮਿਲੀਆਂ, ਉਹਨਾਂ ਦੇ ਦਰਸ਼ਨਾਂ ਵਾਸਤੇ ਉੱਥੇ ਪਹੁੰਚੀਆਂ। ਉਸ ਦੇ ਨਾਲ ਗੱਲ ਕਰੀਏ ਤਾਂ ਇਹ ਵੀ ਜ਼ਿਕਰ ਆਉਂਦਾ ਹੈ ਕਿ ਕੁਝ ਬ੍ਰਾਹਮਣਾਂ ਦੇ ਵੱਲੋਂ ਵੀ ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ। ਉਹ ਕੀ ਕਾਰਨ ਸਨ ਤੇ ਕਿਵੇਂ ਫਿਰ ਉਹ ਪ੍ਰੀਖਿਆ ਜਿਹੜੀ ਲੈਣ ਦੀ ਕੋਸ਼ਿਸ਼ ਹੋਈ ਇੱਥੇ? ਹਾਂਜੀ, ਆਪਾਂ ਜਿਵੇਂ ਦੇਖਦੇ ਕਿ ਗੁਰੂ ਨਾਨਕ ਸਾਹਿਬ ਤੋਂ ਵੇਲੇ ਤੋਂ ਸ਼ੁਰੂ ਤੋਂ ਜਿਹੜਾ ਬ੍ਰਾਹਮਣਵਾਦ ਪੁਜਾਰੀਵਾਦ ਆ, ਗੁਰੂ ਸਾਹਿਬ ਨੇ ਕਿਹਾ ਕਿ ਬ੍ਰਾਹਮਣ ਨਾਵੇ ਜੀਆਂ ਘਾਏ ਜੀ, ਕਾਜੀ ਕੂੜ ਬੋਲ ਮਲ ਖਾਏ, ਜੋ ਕਿ ਜੁਗਤ ਨਾ ਜਾਣੇ ਅੰਦ ਤਿੰਨੇ ਉਜਾੜੇ ਕਾਂ ਬੰਦ। ਕਿ ਗੁਰੂ ਸਾਹਿਬ ਨੇ ਪੰਕਤੀ ਦੇ ਵਿੱਚ ਹੀ ਇੱਕ ਪੰਕਤੀ ਦੇ ਵਿੱਚ ਇਹ ਕਹਿ ਦੇਣਾ ਕਿ ਜਿਹੜੇ ਧਾਰਮਿਕ ਆਗੂ ਨੇ ਸਾਰੇ ਉਜਾੜੇ ਦਾ ਬੰਦ ਹੈ, ਕਿਸੇ ਨੂੰ ਸਹੀ ਰਸਤੇ ਤੇ ਨਹੀਂ ਪਾ ਰਹੇ। ਤਾਂ ਉਸ ਵੇਲੇ ਤੋਂ ਹੀ ਗੁਰੂ ਨਾਨਕ ਦੇ ਜਿਹੜਾ ਵਾ ਇਸ ਤਰ੍ਹਾਂ ਬ੍ਰਾਹਮਣਵਾਦ ਜਿਹੜੇ ਪੁਜਾਰੀਵਾਦ ਉਹ ਦੋਖੀ ਰਹੇ ਨੇ। ਤਾਂ ਬ੍ਰਾਹਮਣਾਂ ਨੇ ਵੱਡੀਆਂ ਚਾਲਾਂ ਚਾਲੀਆਂ। ਕੀਰਤਪੁਰ ਵਿਖੇ ਵੀ ਕਹਿੰਦੇ ਨੇ ਕਿ ਇੱਕ ਵਾਰੀ ਗੁਰੂ ਸਾਹਿਬ ਜੀ ਪਾਲਕੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤੇ ਬ੍ਰਾਹਮਣ ਲੋਕ ਜਿਹੜਾ ਪੁਜਾਰੀਵਾਦ ਸੀ ਉਹ ਕਹਿੰਦੇ ਵੀ ਜਿੱਦਾਂ ਹੁਣ, ਕਿਉਂਕਿ ਭਾਰਤ ਦੇਸ਼ ਆ, ਇੱਥੇ ਸਭ ਤੋਂ ਪਹਿਲਾਂ ਭੁੱਖਮਰੀ ਪੈਦਾ ਹੁੰਦੀ ਆ, ਭੁੱਖਮਰੀ ਤੋਂ ਬਾਅਦ ਸਰੀਰਕ ਰੋਗ ਲੱਗਦੇ ਨੇ ਤੇ ਸਰੀਰਕ ਰੋਗ ਤੋਂ ਬਾਅਦ ਜਿਹੜਾ ਬੰਦਾ ਮਾਨਸਿਕ ਰੋਗੀ ਵੀ ਹੋ ਜਾਂਦਾ ਹੈ, ਕੁਦਰਤੀ ਗੱਲ ਹੈ। ਤੇ ਉਹ ਬ੍ਰਾਹਮਣਾਂ ਨੇ ਕਹਿਣਾ ਕਿ ਜੇਕਰ ਤੁਸੀਂ ਠੀਕ ਹੋਣਾ ਤੇ ਗੁਰੂ ਸਾਹਿਬ ਕੋਲ ਜਾਓ, ਮਤਲਬ ਜਾਣਬੁੱਝ ਕੇ ਇਦਾਂ ਦੀਆਂ ਸਾਜ਼ਿਸ਼ਾਂ ਰਚੀਆਂ। ਤੇ ਕਹਿੰਦੇ ਨੇ ਇਸੇ ਤਰ੍ਹਾਂ ਇੱਕ ਕੋੜੀ, ਉਹ ਬ੍ਰਾਹਮਣਾਂ ਨੇ ਜਦੋਂ ਉਹਨਾਂ ਨੂੰ ਕਿਹਾ ਤੇ ਉਹ ਕੋੜੀ ਗੁਰੂ ਸਾਹਿਬ ਜੀ ਪਾਲਕੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤੇ ਉਹ ਕੋੜੀ ਅੱਗੇ ਲੰਮੇ ਪੈ ਜਾਂਦਾ ਤੇ ਗੁਰੂ ਸਾਹਿਬ ਪੁੱਛਦੇ ਨੇ ਵੀ ਹਾਂ ਵੀ ਕੀ ਗੱਲ ਹੈ? ਤੇ ਕਹਿੰਦਾ ਕਿ ਮੈਨੂੰ ਕੋੜ ਦਾ ਰੋਗ ਹੋਇਆ ਤੇ ਮੈਂ ਸੁਣਿਆ ਵੀ ਤੁਹਾਡੀ ਚਰਨ ਛੋਹ ਦੇ ਨਾਲ ਜਿਹੜਾ ਵਾ ਮੇਰਾ ਰੋਗ ਦੂਰ ਹੋ ਸਕਦਾ। ਤੇ ਗੁਰੂ ਸਾਹਿਬ ਜੀ ਆਪਣਾ ਉਹਨਾਂ ਨੂੰ ਰੁਮਾਲ ਜਿਹੜਾ ਵਾ ਉਹ ਦਿੰਦੇ ਨੇ ਸਤਿਕਾਰ ਵਜੋਂ, ਤੇ ਉਹ ਕੋੜੀ ਨੂੰ ਕਹਿੰਦੇ ਨੇ ਕਿ ਤੂੰ ਇਸ ਰੁਮਾਲ ਦੇ ਨਾਲ ਆਪਣੇ ਜ਼ਖਮ ਸਾਫ਼ ਕਰਿਆ ਕਰ। ਤੇ ਸੋ ਕੁਦਰਤੀ ਉਹ ਕਹਿੰਦੇ ਨੇ ਕਿ ਰੋਗ ਵੀ ਸਹੀ ਹੋ ਜਾਂਦਾ। ਇਸੇ ਤਰ੍ਹਾਂ ਪੰਜੋਖਰੇ ਦੇ ਵਿੱਚ ਜਦੋਂ ਕੁਰੂਕਸ਼ੇਤਰ, ਥਾਨੇਸਰ, ਹਰਿਦੁਆਰੇ ਸਾਰੇ ਹਿੰਦੂ ਧਾਰਮਿਕ ਤੀਰਥ ਸਥਾਨ ਨੇ, ਬੜੇ ਮਹੱਤਵਪੂਰਨ। ਤੇ ਉਹ ਬ੍ਰਾਹਮਣ ਵੇਖਦੇ ਨੇ ਕਿ ਜਦੋਂ ਸਾਡੇ ਕੋਲ ਕੋਈ ਆਉਂਦਾ ਹੈ ਤੇ ਕੋਈ ਦਾਨ ਦਕਸ਼ਨਾ ਦਿੰਦਾ ਹੈ ਤੇ ਲੋਕ ਸਾਡੇ ਕੋਲ ਜਿਹੜਾ ਹਵਨ ਜੱਗ ਕਰਾਉਂਦੇ ਨੇ, ਤੋ ਇਹ ਜਿਹੜੇ ਨੇ ਇਹਨਾਂ ਦੇ ਸਿੱਖ ਤੇ ਗੁਰੂ ਸਾਹਿਬ ਜਿਹੜਾ ਉਹ ਸਾਨੂੰ ਨਾ ਕੋਈ ਦਕਸ਼ਨਾ ਨਾ ਕੋਈ ਸਾਡਾ ਮਾਨ ਸਨਮਾਨ, ਕਿਉਂਕਿ ਗੁਰੂ ਸਾਹਿਬ ਭਲੀ ਭਾਂਤ ਜਾਣਦੇ ਸੀ ਕਿ ਇਹ ਸਾਰੇ ਪੁਜਾਰੀਵਾਦ ਹੈ, ਇਹ ਲੋਕਾਂ ਦੀ ਲੁੱਟ ਕਰ ਰਹੇ ਨੇ, ਜਦ ਕਿ ਇਹਨਾਂ ਦੇ ਵਿੱਚ ਉਹ ਪ੍ਰਮਾਤਮਾ ਨੂੰ ਪਾਉਣ ਵਾਲੀ ਜਾਂ ਪ੍ਰਮਾਤਮਾ ਦੇ ਨਾਲ ਮਿਲਾਪ ਹਾਸਲ ਕਰਵਾਉਣ ਵਾਲੀ ਜਾਂ ਜੁਗਤ ਦੱਸਣ ਵਾਲੀ ਕੋਈ ਗੱਲ ਹੈ ਨਹੀਂ। ਸੋ ਉਸੇ ਹੀ ਤਹਿਤ ਉਹ ਕੀ ਕਹਿੰਦੇ ਨੇ ਕਿ ਤੁਸੀਂ ਵੇਖੋ, ਉਹ ਉੱਚੀ ਉੱਚੀ ਰੌਲਾ ਪਾਉਣ ਲੱਗ ਪੈਂਦੇ ਨੇ ਸਿੱਖਾਂ ਲਾਗੇ ਕਿ ਤੁਹਾਡੇ ਗੁਰੂ ਨੇ ਆਪਣਾ ਨਾਂ ਗੁਰੂ ਹਰਕ੍ਰਿਸ਼ਨ ਜੀ ਰੱਖਿਆ ਨੇ, ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਨੇ ਗੀਤਾ ਉਚਾਰੀ ਹੈ। ਜੇਕਰ ਤੁਹਾਡੇ ਗੁਰੂ ਜੀ ਇੰਨਾ ਹੀ ਸਮਰੱਥ ਨੇ ਤੇ ਇਹ ਗੀਤਾ ਦੇ ਅਰਥ ਹੀ ਕਰਦੇ ਨੇ। ਤਾਂ ਇਸੇ ਤਰ੍ਹਾਂ ਹੀ ਕਰਦੇ ਉਹ ਪੰਡਤ ਨੇ, ਕਹਿੰਦੇ ਨੇ ਕਿ ਪੰਡਤ ਲਾਲ ਚੰਦ ਨੇ ਸਿੱਧਾ ਆਣ ਗੁਰੂ ਸਾਹਿਬ ਨੂੰ ਇਸੇ ਤਰ੍ਹਾਂ ਸੰਗਤ ਦੇ ਵਿੱਚ ਵੰਗਾਰਿਆ, ਚੈਲੰਜ ਕਰ ਦਿੱਤਾ। ਸੋ ਗੁਰੂ ਸਾਹਿਬ ਨੇ ਸੋਚਿਆ ਕਿ ਜੇਕਰ ਮੈਂ ਅਰਥ ਕਰਾਂਗਾ ਤੇ ਸੋਚਣਗੇ ਕਿ ਇਹਨਾਂ ਦੀ ਪਾਲਣਾ ਪੋਸ਼ਣਾ ਇੱਕ ਗੁਰੂ ਸਾਹਿਬ ਕੋਲ ਹੋਈ ਆ, ਇਹਨਾਂ ਨੇ ਬੜੀਆਂ ਵਿਦਿਆ ਉੱਚ ਵਿਦਿਆ ਪ੍ਰਾਪਤ ਕੀਤੀ ਹੋਵੇਗੀ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਚਲੋ ਜੋ ਜਿਹੜਾ ਉਹ ਇੱਕ ਸਿੱਖ ਹੀ ਛੱਜੂ ਝਿਊਰ ਤੇ ਉਹਨੂੰ ਬੁਲਾਉਂਦੇ ਨੇ, ਉੱਤੇ ਮਿਹਰ ਦੀ ਨਿਗਾਹ ਨਦਰ ਦੀ ਬਖਸ਼ਿਸ਼ ਕਰਦੇ ਨੇ ਤੇ ਉਹ ਜਿਹੜਾ ਕਹਿੰਦੇ ਨੇ ਕਿ ਇਹਨੂੰ ਪੁੱਛੋ ਜੋ ਪੁੱਛਣਾ। ਤੇ ਉਹ ਪੰਡਤ ਜਿਹੜੇ ਨੇ, ਉਹ ਹੰਕਾਰੀ ਪੰਡਤ ਜਿਹੜੇ ਨੇ, ਉਹ ਗੀਤਾ ਦੇ ਸ਼ਲੋਕ ਬੋਲਦੇ ਨੇ ਤੇ ਛੱਜੂ ਝੂਰ ਉਹ ਬੜੇ ਸਰਲ ਤਰੀਕੇ ਦੇ ਨਾਲ ਅਰਥ ਸਮਝਾਈ ਜਾਂਦਾ ਹੈ ਤੇ ਉਹ ਪੰਡਤਾਂ ਦਾ ਹੰਕਾਰ ਜਿਹੜਾ ਉਹ ਟੁੱਟ ਕੇ ਡਿੱਗ ਪੈਂਦਾ, ਆਖਰ ਉਹ ਗੁਰੂ ਸਾਹਿਬ ਦੇ ਚਰਨੀ ਢਹਿ ਜਾਂਦੇ। ਇਸੇ ਤਰ੍ਹਾਂ ਇੱਦਾਂ ਨਿੱਕੀਆਂ ਨਿੱਕੀਆਂ ਸਾਜ਼ਿਸ਼ਾਂ ਪੰਡਤ ਜਿਹੜੇ ਨੇ ਉਹ ਸ਼ੁਰੂ ਤੋਂ ਹੀ ਗੁਰੂ ਘਰ ਦੇ ਨਾਲ ਕਰਦੇ ਆਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਉਹਨਾਂ ਦੇ ਰਾਹ ਦੇ ਵਿੱਚ ਇਹ ਰੋੜਾ ਹੈ
ਜੀ ਜੀ। ਇੱਥੇ ਸੱਚ ਦਾ ਹੋਕਾ ਦਿੱਤਾ ਜਾਂਦਾ ਕਿ ਸਿੱਧਾ ਪਰਮਾਤਮਾ ਦੇ ਨਾਲ ਜੁੜੋ, ਤੇ ਉਹ ਲੋਕ ਕਹਿੰਦੇ ਨੇ ਕਿ ਸਾਡੇ ਰਾਹੀਂ ਜੁੜੋ। ਬਸ ਇਹ ਫਰਕ ਹੈ। ਜੀ ਜੀ ਬਿਲਕੁਲ। ਉਹ ਲੋਕ ਜਿਹੜੇ ਮਾਇਆ ਦੇ ਲੋਭੀ ਸੀਗੇ, ਉਹ ਗੁਰੂ ਘਰ ਦੇ ਵਿੱਚ ਜਿਹੜੇ ਵੀ ਲੋਕ ਜਾਂਦੇ ਸੀਗੇ, ਉਹਨਾਂ ਨੂੰ ਦੇਖ ਕੇ ਜਿਹੜਾ ਆ ਉਹਨਾਂ ਨੂੰ ਇਹ ਸੀਗਾ ਕਿ ਸਾਡੇ ਕੋਲ ਹੁਣ ਕੁਝ ਪੈਸੇ ਜਿਹੜੇ ਆ ਸਾਨੂੰ ਦੇ ਕੇ ਜਾਣ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਬ੍ਰਾਹਮਣ ਨੇ ਜਦੋਂ ਗੁਰੂ ਸਾਹਿਬ ਦਿੱਲੀ ਵੱਲ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇਹ ਜਿਹੜੀ ਪ੍ਰੀਖਿਆ ਹੈ ਗੁਰੂ ਸਾਹਿਬ ਦੀ ਉਹਨਾਂ ਵੱਲੋਂ ਜਿਹੜੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਇਸ ਤੋਂ ਇਲਾਵਾ ਭਾਈ ਸਾਹਿਬ ਜੀ ਗੱਲ ਕਰੀਏ ਤਾਂ ਕਾਜੀ ਜਿਹੜੇ ਸੀਗੇ ਕੁਝ, ਉਹਨਾਂ ਵੱਲੋਂ ਵੀ ਦਿੱਲੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਦੀ ਪ੍ਰੀਖਿਆ ਜਿਹੜੀ ਆ ਉਹ ਲੈਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਹੈ। ਹਾਂਜੀ, ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਪੰਕਤੀ ਬੋਲੀ ਕਿ ਕਾਦੀ ਕੂੜ ਬੋਲ ਮਲ ਖਾਏ, ਕਿ ਇਹ ਵੀ ਕਿਉਂਕਿ ਧਾਰਮਿਕ ਆਗੂ ਇੱਕ ਮੰਨਿਆ ਜਾਂਦਾ, ਧਾਰਮਿਕ ਜਮਾਤ ਹੈ ਇੱਕ, ਤੇ ਇਹਨਾਂ ਸਾਰਿਆਂ ਦਾ ਜਿਹੜਾ ਫਰਜ਼ ਹੈ ਕਿ ਲੋਕਾਂ ਨੂੰ ਧਰਮ ਦੇ ਰਾਹ ਤੇ ਤੋਰਨਾ, ਸਿੱਧੇ ਰਸਤੇ ਤੇ ਪਾਉਣਾ। ਕਿ ਜਿੱਦਾਂ ਬਾਬਾ ਰਾਮ ਰਾਏ ਜੀ ਨੂੰ ਵੀ ਜਿਹੜਾ ਵਾ ਉਹ ਕਾਜ਼ੀਆਂ ਦੀ ਸਲਾਹ ਦੇ ਨਾਲ ਹੀ ਉਹ ਬਾਦਸ਼ਾਹ ਦੇ ਰਾਹੀਂ ਭਟਕਾਇਆ ਗਿਆ। ਸੋ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਜੀ ਰਾਜਾ ਜੈ ਸਿੰਘ ਦੇ ਬੰਗਲੇ ਮਹੱਲ ਦੇ ਵਿੱਚ ਟਿਕਦੇ ਨੇ, ਜਿਹਨੂੰ ਅੱਜ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਮ ਦੇ ਨਾਲ ਜਾਣਦੇ ਹਾਂ, ਮਸ਼ਹੂਰ ਹੈ। ਜਦੋਂ ਆਪਾਂ ਦਿੱਲੀ ਦੇ ਵਿੱਚ ਕੋਈ ਵੀ ਦੁਨੀਆ ਦੇ ਵਿੱਚੋਂ ਸਿੱਖ ਆਉਂਦਾ ਜਾਂ ਕੋਈ ਸੈਲਾਨੀ, ਤੇ ਉਹਦੀ ਇਹ ਆਤਮਿਕ ਅਭਿਲਾਸ਼ਾ ਹੁੰਦੀ ਕਿ ਮੈਂ ਉਸ ਸਥਾਨ ਦੇ ਦਰਸ਼ਨ ਕਰਾਂ। ਉੱਥੇ ਜਦੋਂ ਗੁਰੂ ਸਾਹਿਬ ਜੀ ਉਸ ਮਹੱਲ ਦੇ ਵਿੱਚ ਟਿਕਦੇ ਨੇ, ਜਿਹਨੂੰ ਅੱਜ ਆਪਾਂ ਬੰਗਲਾ ਸਾਹਿਬ ਦੇ ਨਾਂ ਦੇ ਨਾਲ ਜਾਣਦੇ ਨੇ, ਤੇ ਉੱਥੇ ਕਿਉਂਕਿ ਜਿਹੜੇ ਸ਼ਾਹੀ ਰਾਜੇ ਹੋਣ ਜਾਂ ਸ਼ਾਹੀ ਅਫਸਰ ਹੋਣ, ਇਹ ਚੁੱਕਣਾ ਦੇ ਵਿੱਚ ਬੜੀ ਛੇਤੀ ਆ ਜਾਂਦੇ ਨੇ। ਭਾਵੇਂ ਕਿ ਰਾਜਾ ਜੈ ਸਿੰਘ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ, ਗੁਰੂ ਸਾਹਿਬ ਉਹਦੇ ਸੱਦੇ ਤੇ, ਨਾ ਕਿ ਬਾਦਸ਼ਾਹ ਦੇ ਸੱਦੇ ਤੇ, ਤੇ ਸੰਗਤਾਂ ਦੇ ਕਹਿਣ ਤੇ ਦਿੱਲੀ ਵਿਖੇ ਜਿਹੜਾ ਵਾ ਉਹ ਜਾਂਦੇ ਨੇ ਸੰਗਤਾਂ ਨੂੰ ਤਾਰਨ ਦੇ ਲਈ, ਨਾਮ ਅਭਿਆਸ ਬਾਣੀ ਦੇ ਨਾਲ ਜੋੜਨ ਦੇ ਲਈ। ਤੋ ਉੱਥੇ ਕੀ ਕਰਦੇ ਨੇ ਕਿ ਜਿਹੜੇ ਕਾਜੀ ਨੇ ਜਾਂ ਬ੍ਰਾਹਮਣ ਨੇ ਰਲ ਮਿਲ ਕੇ ਉਹ ਪਟਰਾਣੀ ਨੂੰ ਮਤਲਬ ਕਿ ਇਸ ਸਾਜ਼ਿਸ਼ ਦੇ ਵਿੱਚ ਹਿੱਸਾ ਬਣਾਉਂਦੇ ਨੇ ਕਿ ਤੁਸੀਂ ਕਹਿਣਾ ਕਿ ਮੈਂ ਇਹਨਾਂ ਨੂੰ ਗੁਰੂ ਸਾਹਿਬ ਤਾਂ ਮੰਨਦੀ ਜੇਕਰ ਕਿ ਇਹ ਪਛਾਣਨ। ਉਹ ਬੜੀਆਂ ਪਟਰਾਣੀਆਂ ਗੋਲੀਆਂ ਇੱਕੋ ਜਿਹੇ ਉਹਨਾਂ ਨੂੰ ਕੱਪੜੇ ਪਹਿਨਾ ਕੇ ਇਕੱਠਾ ਕਰ ਦਿੱਤਾ ਜਾਂਦਾ, ਤੇ ਰਾਜਾ ਮਿਰਜ਼ਾ ਜਿਹੜਾ ਰਾਜਾ ਜੈ ਸਿੰਘ ਨੂੰ ਉਹਨੂੰ ਕਿਹਾ ਜਾਂਦਾ ਕਿ ਗੁਰੂ ਸਾਹਿਬ ਨੂੰ ਅਰਜ਼ ਕਰੋ ਬੇਨਤੀ। ਉਹ ਫਿਰ ਰਾਜਾ ਕਹਿੰਦਾ ਹੈ ਕਿ ਗੁਰੂ ਸਾਹਿਬ ਜੀ, ਤੇ ਗੁਰੂ ਸਾਹਿਬ ਤੇ ਜਾਣੀ ਜਾਣ ਅੰਤਰਜਾਮੀ ਉਹ ਗੱਲ ਨੂੰ ਸਮਝ ਜਾਂਦੇ ਨੇ। ਜਦੋਂ ਬੰਗਲਾ ਦੇ ਵਿੱਚ ਮਹੱਲ ਦੇ ਵਿੱਚ ਐਂਟਰ ਕਰਦੇ ਨੇ, ਅੰਦਰ ਪ੍ਰਵੇਸ਼ ਕਰਦੇ ਨੇ, ਤੇ ਇੱਕੋ ਲਾਈਨ ਦੇ ਵਿੱਚ ਉਹ ਸਾਰੀਆਂ ਪਟਰਾਣੀਆਂ ਇੱਕੋ ਜਿਹੀਆਂ ਕੱਪੜੇ ਪਾ ਕੇ ਗੁਰੂ ਸਾਹਿਬ ਜੀ ਇੱਦਾਂ ਤੁਰੇ ਜਾਂਦੇ ਨੇ ਜਿੱਥੇ ਉਹ ਅਸਲ ਰਾਣੀ ਹੈ, ਤੇ ਗੁਰੂ ਸਾਹਿਬ ਜੀ ਖਲੋ ਕੇ ਕਹਿੰਦੇ ਨੇ ਕਿ ਇਹ ਅਸਲ ਪਟਰਾਣੀ ਕਿ ਰਾਣੀ। ਤੇ ਉੱਥੇ ਵੀ ਉਹਨਾਂ ਦਾ ਉਹ ਭਰਮ ਜਿਹੜਾ ਉਹ ਟੁੱਟ ਜਾਂਦਾ ਵਾ, ਕਾਜ਼ੀਆਂ ਦਾ, ਬ੍ਰਾਹਮਣਾਂ ਦਾ। ਇਸ ਤਰ੍ਹਾਂ ਰਲ ਮਿਲ ਕੇ ਬੜੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਸ਼ੁਰੂ ਤੋਂ ਹੀ ਗੁਰੂ ਘਰ ਦੇ ਨਾਲ ਹੁੰਦੀਆਂ ਆਈਆਂ। ਤਾਂ ਕੁਦਰਤੀ ਵੀ ਸੁਭਾਵਿਕ ਇੱਥੇ ਵੀ ਇੱਦਾਂ ਦੀ ਹੋਣੀਆਂ ਜਿਹੜਾ ਉਹ ਬਣਦਾ ਸੀ। ਜੀ, ਗੱਲ ਕਰੀਏ ਬਾਦਸ਼ਾਹ ਔਰੰਗਜ਼ੇਬ ਦੀ, ਤਾਂ ਉਹ ਆਪਣੇ ਪੁੱਤਰ ਨੂੰ ਭੇਜਦਾ ਆ ਗੁਰੂ ਹਰਕ੍ਰਿਸ਼ਨ ਦੇ ਪਾਸ। ਫਿਰ ਉਹਦਾ ਪੁੱਤਰ ਜਿਹੜਾ ਆ ਕੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਮਿਲਦਾ ਆ ਤਾਂ ਕਿਵੇਂ ਦੀ ਉਹ ਗੱਲਬਾਤ ਹੁੰਦੀ ਆ, ਤੇ ਕੀ ਉਹ ਜਾ ਕੇ ਫਿਰ ਸੁਨੇਹਾ ਜਿਹੜਾ ਆਪਣੇ ਪਿਤਾ ਨੂੰ ਦਿੰਦਾ ਆ? ਕਿਉਂਕਿ ਜਿਹੜੀ ਬਾਦਸ਼ਾਹ ਔਰੰਗਜ਼ੇਬ ਵੱਲੋਂ ਸਾਰੀ ਜਿਹੜੀ ਵਿਉਂਤਬੰਦੀ ਯੋਜਨਾ, ਜਿਹੜੀ ਪਲੈਨਿੰਗ, ਉਹ ਇਹੀ ਬਣਾਈ ਗਈ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਾਂ, ਉਹਨਾਂ ਨਾਲ ਗੱਲਬਾਤ ਕਰਾਂ। ਪਰ ਰਾਜਾ ਜੈ ਸਿੰਘ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਪਹਿਲਾਂ ਕਹਿ ਦਿੰਦੇ ਨੇ ਕਿ ਆਪਾਂ ਤੁਹਾਡੇ ਤੇ ਸੰਗਤਾਂ ਦੇ ਕਹਿਣ ਤੇ ਜਾ ਰਹੇ, ਨਾ ਕਿ ਬਾਦਸ਼ਾਹ ਵੱਲੋਂ। ਤਾਂ ਉਹਨਾਂ ਨੇ ਕਿਹਾ ਕਿ ਨਾ ਮਲੇਸ਼ ਕੋ ਦਰਸ਼ਨ ਦੇ, ਵੀ ਉਹਨੂੰ ਆਪਾਂ ਨਹੀਂ ਦਰਸ਼ਨ ਦੇਣੇ। ਪਰ ਬਾਦਸ਼ਾਹ ਨੇ ਕਹਿੰਦੇ ਨੇ ਕਿ ਉੱਥੇ ਕੋਸ਼ਿਸ਼ ਵੀ ਕੀਤੀ। ਕਈ ਇਤਿਹਾਸਕਾਰ ਲਿਖਦੇ ਨੇ ਕਿ ਬੰਗਲਾ ਸਾਹਿਬ ਦੇ ਅੱਗੇ ਆ ਕੇ ਉਹ ਬੜਾ ਚਿਰ ਰੁਕੇ ਵੀ ਰਹੇ, ਪਰ ਗੁਰੂ ਸਾਹਿਬ ਨੇ ਨਾ ਕਰ ਦਿੱਤੀ। ਅਖੀਰ ਜਿਹੜਾ ਉਹ ਬਾਦਸ਼ਾਹ ਆਪਣੇ ਜਿਹੜਾ ਵਾ ਸ਼ਹਿਜ਼ਾਦੇ ਮੁਅੱਜ਼ਮ ਨੂੰ ਭੇਜਦਾ ਹੈ, ਤੇ ਜਿਹੜਾ ਮੁਅੱਜ਼ਮ ਜਦੋਂ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਇਤਿਹਾਸਕਾਰ ਲਿਖਦੇ ਨੇ ਕਿ ਉਹ ਵੀ ਉਹਨਾਂ ਦਾ ਇੱਕ ਹਾਣੀ ਹੈ, ਹਾਣ ਪ੍ਰਵਾਣੀ। 19 ਕਿ 10-12 ਸਾਲ ਦੀ ਉਹਦੀ ਉਮਰ ਹੈ ਸ਼ਹਿਜ਼ਾਦੇ ਦੀ। ਤੇ ਬੜੇ ਅੱਛੇ ਤਰੀਕੇ ਦੇ ਨਾਲ ਉਹ ਜਿਹੜਾ ਸਵਾਲ ਜਵਾਬ ਗੁਰੂ ਸਾਹਿਬ ਨੂੰ ਪੁੱਛਦਾ ਹੈ। ਤੇ ਬਾਬੇ ਰਾਮ ਰਾਏ ਜੀ ਦੀ ਜਿਹੜੀ ਉਹ ਸਪੈਸ਼ਲ ਖਾਸ ਤੌਰ ਤੇ ਗੱਲ ਕਰਦਾ ਗੁਰਤਾ ਗੱਦੀ ਬਾਰੇ। ਤੇ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਵੇਖੋ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਨੇ ਕਿਸੇ ਨੇ ਵੀ ਆਪਣੇ ਪੁੱਤਰਾਂ ਨੂੰ ਗੱਲ ਪੁੱਤਰਾਂ ਦੀ ਜਾਂ ਕੋਈ ਗੱਦੀ ਦੀ ਨਹੀਂ ਕੀ, ਜਿੱਦਾਂ ਤੁਹਾਡੇ ਬਾਦਸ਼ਾਹੀ ਦੇ ਵਿੱਚ ਪਿਤਾ ਪੁਰਖੀ ਚੱਲਦੀ ਹੈ। ਇੱਥੇ ਤੇ ਜਿਹੜਾ ਵਾ ਹੁਕਮ ਮੰਨੇ ਹੋਵੇ ਪ੍ਰਵਾਨ, ਜਾਂ ਜੋਤ ਉਹ ਜੁਗਤ ਸਹਿ ਹੈ, ਵੀ ਜਿਹੜਾ ਜੋਤ ਜੁਗਤ ਨੂੰ ਸਾਂਭ ਸਕਦਾ, ਉਹ ਚੀਜ਼ ਨੂੰ ਪੰਥ ਨੂੰ ਚਲਾ ਸਕਦਾ, ਨਾਨਕ ਨਿਰਮਲ ਪੰਥ ਨੂੰ, ਉਸ ਨੂੰ ਗੁਰੂ ਘਰ ਦੇ ਵਿੱਚ ਜਿਹੜਾ ਵਡਿਆਈ ਜਾਂ ਬਖਸ਼ਿਸ਼ ਮਿਲਦੀ ਹੈ। ਸੋ ਸ਼ਹਿਜ਼ਾਦਾ ਮੁਅੱਜ਼ਮ ਨੂੰ ਸਾਰੀ ਗੱਲ ਗੁਰੂ ਸਾਹਿਬ ਬੜੇ ਤਰੀਕੇ ਨਾਲ ਸਮਝਾ ਦਿੰਦੇ ਨੇ। ਤੇ ਫਿਰ ਉਹ ਜਾ ਕੇ ਉਸੇ ਤਰ੍ਹਾਂ ਆਪਣੇ ਪਿਤਾ ਉਹ ਬਾਦਸ਼ਾਹ ਨੂੰ ਜਿਹੜਾ ਉਹ ਦੱਸਦਾ ਹੈ ਕਿ ਗੁਰਤਾ ਗੱਦੀ ਤੇ ਜਿਹੜਾ ਅਸਲ ਹੱਕ ਹੈ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਹੀ ਹੈ। ਕਿ ਮੈਨੂੰ ਸਾਰਾ ਉਹਨਾਂ ਨੇ ਆਪਣੇ ਪਿਛਲਾ ਇਤਿਹਾਸ ਜਿਹੜਾ ਦੱਸਿਆ ਕਿ ਇੱਥੇ ਕੋਈ ਉਹ ਪਿਤਾ ਪੁਰਖੀ ਵਾਲੀ ਗੱਲ ਨਹੀਂ ਹੈ, ਤਾਂ ਅਸਲੀ ਵਾਰਸ ਉਹ ਹੀ ਨੇ। ਤਾਂ ਬਾਦਸ਼ਾਹ ਕਹਿੰਦੇ ਨੇ, ਇਤਿਹਾਸਕਾਰ ਲਿਖਦੇ ਨੇ ਕਿ ਇਹ ਗੱਲ ਨੂੰ ਬੜੀ ਚੰਗੀ ਤਰੀਕੇ ਦੇ ਨਾਲ ਸਮਝ ਜਾਂਦਾ ਹੈ ਸ਼ਹਿਜ਼ਾਦਾ ਮੁਅੱਜ਼ਮ ਦੇ ਦੱਸਣ ਦੇ ਅਨੁਸਾਰ। ਸੋ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਸੀਂ
ਵਿਚਾਰਾਂ ਦੀ ਸਾਂਝ ਕਰ ਰਹੇ ਹਾਂ ਭਾਈ ਸਾਹਿਬ ਦੇ ਨਾਲ, ਅਤੇ ਭਾਈ ਸਾਹਿਬ ਬੜੇ ਸੁੰਦਰ ਵਿਚਾਰਾਂ ਦੀ ਸਾਂਝ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਕਰ ਰਹੇ ਆ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ 8ਵੇਂ ਨਾਨਕ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਕੀ ਕੁਝ ਹੋਇਆ, ਕਿਵੇਂ ਕਿਵੇਂ ਉਹਨਾਂ ਨੂੰ ਗੁਰਤਾ ਗੱਦੀ ਮਿਲੀ, ਕਿਵੇਂ ਦਿੱਲੀ ਉਹ ਪਹੁੰਚਦੇ ਆ। ਸੋ ਅਗਲੀ ਜਿਹੜੀ ਗੱਲ ਆ ਉਹ ਅਸੀਂ ਭਾਈ ਸਾਹਿਬ ਦੇ ਨਾਲ ਜਿਹੜੀ ਆ ਉਹਨਾਂ ਕੋਲ ਜਾਣਾਂਗੇ। ਭਾਈ ਸਾਹਿਬ ਜੀ, ਜ਼ਿਕਰ ਆਉਂਦਾ ਹੈ ਕਿ ਰਾਮ ਰਾਏ ਨੂੰ ਜਿਹੜੀ ਬਾਦਸ਼ਾਹ ਦੇ ਵੱਲੋਂ ਕੁਝ ਜਗੀਰ ਦਿੱਤੀ ਜਾਂਦੀ ਆ, ਜਗੀਰ ਦੇਣ ਦਾ ਕੀ ਕਾਰਨ ਰਿਹਾ ਸੀਗਾ? ਕੁਦਰਤੀ ਤੌਰ 'ਤੇ ਜਦੋਂ ਆਪਾਂ ਕਿਸੇ ਆਮ ਮਨੁੱਖ ਨੂੰ ਵੀ ਮਿਲਦੇ ਹਾਂ, ਕੋਈ ਆਪਾਂ ਗੱਲਬਾਤ ਕਰਦੇ ਹਾਂ, ਅਤੇ ਉਹਦਾ ਪ੍ਰਭਾਵ ਸਾਡੇ 'ਤੇ ਪੈਂਦਾ। ਅਤੇ ਇਸ ਜਿੱਥੇ ਹੁਣ ਸ਼ਹਿਜ਼ਾਦਾ ਮੁਅੱਜ਼ਮ ਜਿਸ ਸ਼ਖਸ ਨੂੰ ਮਿਲ ਕੇ ਆ ਰਿਹਾ, ਜਿਸ ਸ਼ਖਸੀਅਤ ਨੂੰ, ਜਿਸ ਦੇ ਸੰਬੰਧ ਵਿੱਚ ਦਸਮ ਗ੍ਰੰਥ ਦੇ ਵਿੱਚ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਜਦੋਂ ਗੁਰੂ ਸਾਹਿਬਾਂ ਦੀ ਉਸਤਤ ਕਰਦੇ ਨੇ 9 ਪਾਤਸ਼ਾਹੀਆਂ ਦੇ, ਜਿਨ੍ਹਾਂ ਦੇ ਸੰਬੰਧ 'ਚ ਲਿਖਦੇ ਨੇ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਜਾਂ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਸਫਲ ਦਰਸ਼ਨ ਪੇਖਤ ਪਨੀਤ, ਕਿ ਦਰਸ਼ਨ ਕਰਦੇ ਜਿਹੜਾ ਮਨੁੱਖ ਦਾ ਜਨਮ ਜਿਹੜਾ ਸਫਲਾ ਹੋ ਜਾਂਦਾ। ਜਿਵੇਂ ਗੁਰਬਾਣੀ ਦੇ ਵਿੱਚ ਭੱਟ ਸਾਹਿਬਾਨ ਨੇ ਲਿਖਿਆ ਵੀ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਅਤੇ ਜਦੋਂ ਸ਼ਹਿਜ਼ਾਦਾ ਮੁਅੱਜ਼ਮ ਬਾਦਸ਼ਾਹ ਨੂੰ ਸਮਝਾਉਂਦਾ ਹੈ, ਅਤੇ ਬਾਦਸ਼ਾਹ ਜਿਹੜਾ ਉਹ ਬਾਬਾ ਰਾਮ ਰਾਏ ਨੂੰ ਜਿਹੜਾ ਉਹ ਕਹਿੰਦਾ ਨੇ ਕਿ ਵੇਖੋ ਜਿਹੜਾ ਅਸਲੀ ਹੱਕ ਹੈ ਉਹ ਉਹਨਾਂ ਦਾ ਹੀ ਬਣਦਾ ਹੈ, ਸੋ ਤੁਸੀਂ ਜਿਹੜਾ ਵਾ ਉਹ ਆਪਣਾ ਐਸ਼ੋ ਆਰਾਮ ਕਰੋ। ਉਹ 7 ਪਿੰਡਾਂ ਦੀ ਜਗੀਰ ਜਿਹੜਾ ਵਾ ਉੱਤਰਾਖੰਡ ਵਾਲੇ ਪਾਸੇ ਉਹਨਾਂ ਨੂੰ ਦੇ ਦਿੰਦੇ ਨੇ, ਜਿਹਨੂੰ ਅੱਜ ਕੱਲ੍ਹ ਦੇਹਰਾਦੂਨ ਦੇ ਨਾਂ, ਉਦੋਂ ਡੇਰਾਡੂਨ ਵੀ ਲਿਖਿਆ ਮਿਲਦਾ ਇਤਿਹਾਸਕਾਰਾਂ ਦੇ ਵਿੱਚ। ਉਹ 7 ਪਿੰਡਾਂ ਦੀ ਜਗੀਰ ਦੇ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਜਿਹੜਾ ਵਾ ਉਹ ਫਿਰ ਬਾਬਾ ਰਾਮ ਰਾਏ ਜੀ ਆਪਣਾ ਜਿਹੜਾ ਉਹ ਦੇਹਰਾਦੂਨ ਵਿਖੇ ਚਲੇ ਜਾਂਦੇ ਨੇ ਅਤੇ ਉੱਥੇ ਰਹਿੰਦੇ ਨੇ। ਇਸ ਤਰ੍ਹਾਂ ਬਾਦਸ਼ਾਹ ਉਹਨਾਂ ਨੂੰ ਉਹ ਜਗੀਰ ਦੇ ਕੇ ਤੇ ਉੱਧਰ ਭੇਜ ਦਿੰਦਾ ਹੈ। ਜੀ, ਗੱਲ ਕਰੀਏ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੀ, ਤਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜ਼ਿਕਰ ਆਉਂਦਾ ਹੈ ਕਿ ਚੇਚਕ ਦੇ ਜਿਹੜੇ ਬਿਮਾਰੀ ਜਿਹੜੀ ਆ ਉਹ ਦਿੱਲੀ ਦੇ ਵਿੱਚ ਫੈਲ ਗਈ ਸੀ, ਅਤੇ ਉੱਥੇ ਸੇਵਾ ਕਰਦਿਆਂ ਕਰਦਿਆਂ ਹੀ ਉਹਨਾਂ ਨੂੰ ਵੀ ਜਿਹੜਾ ਆ ਉਹ ਇਹ ਬਿਮਾਰੀ ਜਿਹੜੀ ਚੇਚਕ ਦੀ ਆ ਉਹਦੇ ਦਰਪੇਸ਼ ਜਿਹੜਾ ਆ ਉਹ ਮੁਸ਼ਕਲ ਪੇਸ਼ ਆਈ। ਉਹ ਕੀ ਹੋਇਆ ਸੀਗਾ ਉੱਥੇ ਦਿੱਲੀ ਦੇ ਵਿੱਚ ਉਸ ਸਮੇਂ? ਜਿਵੇਂ ਗੁਰੂ ਸਾਹਿਬ ਜੀ 7 ਸਾਲ ਦੀ ਉਮਰ ਸੀ ਜਦੋਂ ਦਿੱਲੀ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ, ਜਦੋਂ ਰਾਜੇ ਕੋਲ ਗਏ ਉਹ, ਅਤੇ ਉੱਥੇ ਕਹਿੰਦੇ ਕਿ ਉਹ ਜਿਹੜਾ ਵਾ ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ ਇੱਕ ਰੁੱਤ ਜੀ ਫੁੱਟਦੀ ਹੈ ਕਿ ਮੱਠਾ ਮੱਠਾ ਬੁਖਾਰ ਹੁੰਦਾ, ਫਿਰ ਤੇਜ਼ ਹੁੰਦਾ, ਅਤੇ ਉਹ ਸਹੀ ਸਰੀਰ 'ਤੇ ਉਹ ਲਾਲ ਦਾਣੇ ਜਿਹੇ ਨਿਕਲ ਜਾਂਦੇ, ਪਾਗ ਜੀ ਭਰ ਜਾਂਦੀ, ਜਿਹਨੂੰ ਆਪਾਂ ਚੇਚਕ ਕਹਿ ਦਿੰਦੇ ਹਾਂ। ਅਤੇ ਉਹਦੇ ਜਿਹੜਾ ਨਾਲ ਇਹ ਛੂਆਛਾਤ ਦੀ ਬਿਮਾਰੀ ਹਵਾ ਦੇ ਨਾਲ ਇੱਕ ਦੂਜੇ ਨੂੰ ਲੱਗ ਜਾਂਦੀ। ਜਦੋਂ ਗੁਰੂ ਸਾਹਿਬ ਨੂੰ ਇਹ ਚੀਜ਼ ਦਾ ਪਤਾ ਲੱਗਦਾ, ਅਤੇ ਆਪਾਂ ਅਤੇ ਗੁਰੂ ਸਾਹਿਬ ਦਾ ਤੁਹਾਨੂੰ ਪਤਾ ਹੈ ਕਿ ਜਿੱਦਾਂ ਗੁਰੂ ਅਰਜਨ ਦੇਵ ਸਾਹਿਬ ਨੇ ਤਰਨਤਾਰਨ ਦੇ ਵਿੱਚ ਕੋੜੀ, ਅਤੇ ਗੁਰੂ ਹਰਿਰਾਏ ਸਾਹਿਬ ਦਾ ਦਵਾਖਾਨਾ ਦੁਨੀਆ ਦੇ ਵਿੱਚ ਮਸ਼ਹੂਰ ਸੀ, ਅਤੇ ਫਿਰ ਗੁਰੂ ਸਾਹਿਬ ਕਿਵੇਂ ਉਸ ਬੰਗਲੇ ਦੇ ਵਿੱਚ ਟਿਕੇ ਰਹਿ ਸਕਦੇ? ਗੁਰੂ ਸਾਹਿਬ ਖੁਦ ਜਿਹੜਾ ਵਾ ਪੀੜਤਾਂ ਦੀ ਜਿਹੜਾ ਵਾ ਉਹ ਹੱਥੀਂ ਸੇਵਾ ਕਰਨ ਲੱਗਦੇ ਨੇ, ਆਪਣੇ ਰੁਮਾਲ ਦੇ ਨਾਲ ਉਹਨਾਂ ਦੇ ਪਾਕ ਨੂੰ ਸਾਫ਼ ਕਰਨਾ। ਸੋ ਤਾਂ ਉਹ ਕੁਦਰਤੀ ਕਿ ਛੂਆਛਾਤ ਦੀ ਬਿਮਾਰੀ, ਅਤੇ ਉਹ ਗੁਰੂ ਸਾਹਿਬ ਵੀ ਉਸ ਬਿਮਾਰੀ ਦੀ ਜਿਹੜਾ ਵਾ ਉਹ ਲਪੇਟ ਦੇ ਵਿੱਚ ਆ ਜਾਂਦੇ ਨੇ। ਸੋ ਚੇਚਕ ਦਾ ਰੋਗ ਗੁਰੂ ਸਾਹਿਬ ਨੂੰ ਵੀ ਜਿਹੜਾ ਉਹ ਲੱਗ ਜਾਂਦਾ ਹੈ। ਜੀ, ਅਤੇ ਫਿਰ ਗੁਰੂ ਸਾਹਿਬ ਜਿਹੜੇ ਆ ਉਹ ਕਦੋਂ ਜੋਤੀ ਜੋਤ ਸਮਾਉਂਦੇ ਆ? ਹਾਂਜੀ, ਜਦੋਂ ਫਿਰ ਗੁਰੂ ਸਾਹਿਬ ਨੂੰ ਜਦੋਂ ਦੇਖਦੇ ਨੇ ਕਿ ਸਰੀਰ ਜ਼ਿਆਦਾ ਨਿਰਬਲ ਹੋ ਜਾਂਦਾ ਹੈ, ਕਿ ਜ਼ਿਆਦਾ ਛਿੱਥਾ ਪੈ ਜਾਂਦਾ ਹੈ, ਕੋਈ ਬਿਮਾਰੀ ਜ਼ਿਆਦਾ ਵੱਧ ਚੁੱਕੀ ਹੈ, ਫਿਰ ਜਿੱਥੇ ਗੁਰੂ ਸਾਹਿਬ ਜੀ ਜਿਹੜਾ ਵਾ ਸੰਗਤਾਂ ਨੂੰ ਮਾਤਾ ਕ੍ਰਿਸ਼ਨ ਕੌਰ ਨਾਲ ਨੇ, ਅਤੇ ਹੋਰ ਸੰਗਤਾਂ ਨੇ, ਮੁਖੀ ਸਿੱਖ ਨਾਲ ਨੇ, ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ। ਸੋ ਸੰਗਤਾਂ ਬੜੀਆਂ ਵਿਆਕੁਲ, ਅਤੇ ਬੜਾ ਉਹ ਜਿਹੜਾ ਵਾ ਮਨ ਦੇ ਵਿੱਚ ਉਹਨਾਂ ਦੇ ਆਉਂਦਾ ਹੈ ਕਿ ਗੁਰੂ ਸਾਹਿਬ ਬੜੀ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਵਾ ਉਹ ਜਿਹੜਾ ਕਾਲ ਚਲਾਣਾ ਕਰ ਚੱਲੇ। ਅਤੇ ਫਿਰ ਉਹ ਪੁੱਛਦੇ ਨੇ ਕਿ ਇਹਨਾਂ ਤੋਂ ਬਾਅਦ ਜਿਹੜਾ ਵਾ ਉਹ ਅੱਗੇ, ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਕੋਈ ਨਹੀਂ, ਤੁਸੀਂ ਫਿਕਰ ਨਾ ਕਰੋ, ਇਹ ਸਰੀਰ ਹੈ ਭਾਂਡਾ, ਇਹਨੇ ਇੱਕ ਨਾ ਇੱਕ ਦਿਨ ਜਿਹੜਾ ਉਹ ਫਟਣਾ ਹੀ ਹੈ। ਸੋ ਕੱਚਾ ਭਾਂਡੇ ਦੀ ਤਰ੍ਹਾਂ ਹੈ, ਅਤੇ ਕੋਈ ਗੱਲ ਨਹੀਂ। ਫਿਰ ਗੁਰੂ ਸਾਹਿਬ ਜੀ ਜਿਹੜਾ ਵਾ ਉਹ, ਕਿਉਂਕਿ ਇਹ ਵੀ ਇੱਕ ਬੜੀ ਗੁਰੂ ਸਾਹਿਬਾਂ ਦੀ ਵੇਖੋ ਰਣਨੀਤੀ ਸੀ, ਬੜੀ ਤੇਜ਼ ਬੁੱਧੀ ਦੇ ਮਾਲਕ ਸੀ ਗੁਰੂ ਸਾਹਿਬ। ਅਤੇ ਕਿਉਂਕਿ ਉਹਨਾਂ ਨੂੰ ਇਹ ਵੀ ਇੱਥੇ ਬਾਦਸ਼ਾਹ ਦੇ ਘਰ ਹੈ, ਆਪਾਂ ਦਿੱਲੀ ਬਾਦਸ਼ਾਹ ਹੈ, ਅਤੇ ਗੁਰੂ ਸਾਹਿਬ ਨੇ ਜਿਹੜਾ ਵਾ ਸਾਹਮਣੇ ਕਿਸੇ ਦੇ ਨਾਂ ਨਹੀਂ ਪੇਸ਼ ਕੀਤਾ, ਸਾਹਮਣੇ ਗੁਰੂ ਸਾਹਿਬ ਨੇ ਇਹੀ ਕਿਹਾ ਕਿ ਬਾਬਾ ਬਕਾਲੇ। ਅਤੇ ਮੁਖੀ ਸਿੱਖਾਂ ਨੂੰ ਦੱਸਿਆ, ਜਦ ਕਿ ਇਹਦਾ ਮਤਲਬ ਤਾਂ ਸਿੱਧਾ ਇਹ ਨਿਕਲਦਾ ਹੈ ਕਿ ਰਿਸ਼ਤੇ ਦੇ ਵਜੋਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਬਾਬਾ ਲੱਗਦੇ ਨੇ। ਉਹਨਾਂ ਸਮਿਆਂ ਦੇ ਵਿੱਚ ਬਾਬਾ ਜਿਹੜਾ ਉਹ ਦਾਦਾ ਜੀ ਨੂੰ ਕਿਹਾ ਜਾਂਦਾ ਸੀ, ਕਿ ਸਿਆਣੇ ਬਜ਼ੁਰਗਾਂ ਨੂੰ ਆਪਾਂ ਬਾਬਾ ਕਹਿੰਦੇ ਕਿ। ਅਤੇ ਗੁਰੂ ਸਾਹਿਬ ਜਿਹੜਾ ਵਾ ਆਪਣੀ ਮਾਤਾ ਜੀ ਨੂੰ, ਮੁਖੀ ਸਿੱਖਾਂ ਨੂੰ ਇਹ ਦੱਸਦੇ ਨੇ ਕਿ, ਅਤੇ ਗੁਰੂ ਸਾਹਿਬ ਜੀ ਜਿਹੜਾ ਵਾ ਉਹ ਦੱਸਣ ਤੋਂ ਬਾਅਦ ਜਿਹੜਾ ਵਾ ਉਹ ਸੱਚਖੰਡ ਪਿਆਨਾ ਕਹਿੰਦੇ ਨੇ 1600 ਜਿਹੜਾ ਵਾ 66 ਈਸਵੀ ਦੇ ਵਿੱਚ ਲਗਭਗ
8 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਜਿਹੜਾ ਉਹ ਜੋਤੀ ਜੋਤ ਸਮਾ ਜਾਂਦੇ ਨੇ ਜੀ। ਸੋ ਚੇਚਕ ਦੀ ਉਹ ਜਿਹੜਾ ਬਿਮਾਰੀ ਦੇ ਨਾਲ ਜਿਹੜਾ ਜ਼ਿਆਦਾ ਜਦੋਂ ਪੀੜਤ ਹੋ ਜਾਂਦੇ ਨੇ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਰੀਰ ਦੇ ਵਿੱਚ ਹੁਣ ਇਹ ਜੋਤ ਤੇ ਆਤਮਾ ਟਿਕ ਨਹੀਂ ਸਕਦੀ, ਸੋ ਗੁਰੂ ਸਾਹਿਬ ਜਿਹੜਾ ਵਾ ਉਹ ਸੱਚਖੰਡ ਪਿਆਨਾ ਕਰ ਜਾਂਦੇ ਨੇ। ਜੀ ਬਿਲਕੁਲ, ਗੁਰੂ ਸਾਹਿਬ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਦੇ ਵਿੱਚ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਇਹ ਕਿਹਾ ਕਿ ਬਾਬਾ ਬਕਾਲੇ, ਕਹਿਣ ਤੋਂ ਭਾਵ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਸ ਵੇਲੇ ਬਾਬਾ ਬਕਾਲਾ ਵਿਖੇ ਸਨ ਅਤੇ ਉਹਨਾਂ ਵੱਲ ਇਸ਼ਾਰਾ ਜਿਹੜਾ ਆ ਉਹ ਕੀਤਾ ਗਿਆ। ਸੋ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਤੋਂ ਬਾਅਦ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਿਰਾਜਮਾਨ ਜਿਹੜੇ ਆ ਉਹ ਹੁੰਦੇ ਆ। ਸੋ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਬੋਪਾ ਰਾਏ ਕੋਲੋਂ ਅਸੀਂ ਸੁਣਿਆ ਸਮੁੱਚਾ ਇਤਿਹਾਸ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ। ਵਡਮੁੱਲੀ ਜਾਣਕਾਰੀ ਜਿਹੜੀ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਉਹਨਾਂ ਨੇ ਸਾਂਝੀ ਕੀਤੀ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ। ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੈ, ਤੁਹਾਡੇ ਤੋਂ ਆਗਿਆ ਚਾਹਾਂਗੇ ਅਤੇ ਇੱਥੇ ਹੀ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।